ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੱਡੇ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਚਰਚਾ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਦੀ ਵੀ ਕਰਾਂਗੇ। ਇਸ ਕਲੇਸ਼ ਦੇ ਦਰਮਿਆਨ 3 ਮੈਂਬਰੀ ਕਮੇਟੀ ਦਾ ਗਠਨ ਹੋ ਚੁੱਕਿਆ ਹੈ, ਉਸ ਦੇ ਉੱਤੇ ਗੱਲਬਾਤ ਰਹੇਗੀ। ਕਿਸਾਨ ਆਗੂਆਂ ਦੀ ਕੇਂਦਰ ਦੇ ਕੁਝ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ। ਦੱਸਿਆ ਜਾ ਰਿਹਾ ਕਿ ਮੀਟਿੰਗ ਸਕਾਰਾਤਮਕ ਰਹੀ ਹੈ, ਕਈ ਚੀਜ਼ਾਂ ਦੇ ਉੱਤੇ ਸਹਿਮਤੀ ਹੋਈ ਹੈ, ਉਸ ਦੇ ਉੱਤੇ ਵੀ ਗੱਲਬਾਤ ਜਿਹੜੀ ਕਰਾਂਗੇ। ਤੇ ਨਾਲ ਹੀ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਕਟੌਤੀ ਹੋਈ ਹੈ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਕਈ ਵੱਡੇ ਇਲਜ਼ਾਮ ਮਨਪ੍ਰੀਤ ਬਾਦਲ ਦੇ ਉੱਤੇ ਲੱਗੇ ਨੇ ਤੇ ਇੱਕ ਹੋਰ ਨਵਾਂ ਬਾਗੀ ਸੁਰ ਕਾਂਗਰਸ ਦੇ ਵਿੱਚੋਂ ਉੱਠਿਆ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਮਸਲਿਆਂ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਜਿਹੜਾ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਹੈ, ਇਹ ਕਾਟੋ ਕਲੇਸ਼ ਜਿਸ ਤਰ੍ਹਾਂ ਲੱਗਦਾ ਕਿ ਘਟੂਗਾ ਪਰ ਇਹ ਲਗਾਤਾਰ ਵੱਧਦਾ ਜਾ ਰਿਹਾ। ਇੱਕ ਨਵਾਂ ਹੋਰ ਕਾਟੋ ਕਲੇਸ਼ ਦੇ ਵਿੱਚ ਨਵੀਂ ਐਂਟਰੀ ਹੋਈ ਹੈ। ਉਹ ਕਹਿੰਦੇ ਕਿ ਮਨਪ੍ਰੀਤ ਬਾਦਲ ਕੰਮ ਨਹੀਂ ਕਰਨ ਦੇ ਰਹੇ। ਇਲਜ਼ਾਮ ਕਾਫੀ ਵੱਡੇ ਉਹਨਾਂ ਨੇ ਲਾਏ ਨੇ। ਕਿੱਦਾਂ ਵੇਖ ਰਹੇ ਹੋ ਤੁਸੀਂ ਹੁਣ ਇਸ ਨਵੇਂ ਕਾਟੋ ਕਲੇਸ਼ ਦੇ ਦੌਰ ਨੂੰ? ਦੇਖੋ, ਕਾਂਗਰਸ ਦੇ ਵਿੱਚ ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਤੇ ਪਿਛਲੇ ਸਮਿਆਂ 'ਚ ਇਲਜ਼ਾਮ ਲੱਗੇ ਕਾਰਗੁਜ਼ਾਰੀ ਨੂੰ ਲੈ ਕੇ। ਇਹ ਕੋਈ ਨਿੱਜੀ ਇਲਜ਼ਾਮ ਨਹੀਂ, ਕੋਈ ਕਰਪਸ਼ਨ ਦੇ ਇਲਜ਼ਾਮ ਨਹੀਂ। ਇਲਜ਼ਾਮ ਲੱਗੇ ਕੈਪਟਨ ਅਮਰਿੰਦਰ ਤੇ, ਵਾਅਦੇ ਨਹੀਂ ਪੂਰੇ ਕੀਤੇ। ਰੰਧਾਵਾ ਨੇ ਇਲਜ਼ਾਮ ਲਾਏ ਸਰਕਾਰ ਤੇ, ਸਰਕਾਰ ਵਾਅਦੇ ਨਹੀਂ ਪੂਰੇ ਕਰ ਰਹੀ। ਐਮਐਲਏ ਨਾਰਾਜ਼ ਨੇ, ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਸਰਕਾਰ ਡਿਲੀਵਰ ਨਹੀਂ ਕਰ ਰਹੀ, ਵਿਕਾਸ ਦੇ ਕੰਮ ਨਹੀਂ ਹੋ ਰਹੇ। ਸੋ ਕਈ ਲੀਡਰ ਨੇ ਜਿਹੜੇ ਉਹਨਾਂ ਦੇ ਉੱਤੇ ਖੁੱਲ੍ਹ ਕੇ ਸਵਾਲ ਖੜੇ ਹੋਏ। ਸਿੱਧੂ ਔਰ ਕੈਪਟਨ ਅਮਰਿੰਦਰ ਦਾ ਰੇੜਕਾ ਹੈ, ਚਰਨਜੀਤ ਚੰਨੀ ਦਾ ਰੇੜਕਾ ਹੈ, ਸੁਨੀਲ ਜਾਖੜ ਦਾ ਰੇੜਕਾ ਹੈ। ਭਾਵੇਂ ਉਹ ਪ੍ਰਧਾਨ ਨੇ, ਪਰ ਇਸ ਵਕਤ ਸੰਗਠਨ ਉਸ ਪੱਧਰ ਤੇ ਕਾਂਗਰਸ ਦਾ ਹੈ ਨਹੀਂ। ਫਿਰ ਸੁਖਜਿੰਦਰ ਰੰਧਾਵਾ ਨੇ। ਸੋ ਬਹੁਤ ਸਾਰੇ, ਪ੍ਰਗਟ ਸਿੰਘ ਨੇ। ਦੇਖੋ, ਪ੍ਰਗਟ ਸਿੰਘ ਨੇ ਜਿਹੜਾ ਮਾਮਲਾ ਸਾਹਮਣੇ ਲਿਆਂਦਾ, ਹਾਲਾਂਕਿ ਉਹਦੇ ਤੇ ਸੰਦੀਪ ਸੰਧੂ ਦਾ ਵੀ ਬਿਆਨ ਆਇਆ ਪ੍ਰਗਟ ਦੇ ਮਾਮਲੇ ਤੇ, ਉਹ ਵੀ ਸੁਣਾ ਦਿਓ ਤੁਸੀਂ ਅਖੀਰ 'ਚ ਕਿ ਪ੍ਰਗਟ ਸਿੰਘ ਉਹਨਾਂ ਦੇ ਬਾਰੇ ਹੁਣ ਸੰਦੀਪ ਸੰਧੂ ਉਹਨਾਂ ਨੇ ਆਪਣੀ ਟਿੱਪਣੀ ਕੀ ਕੀਤੀ। ਸੋ ਹੁਣ ਇੱਕ ਬਠਿੰਡਾ ਦਿਹਾਤੀ ਹੈ, ਸਾਰਿਆਂ ਨੂੰ ਪਤਾ ਹੈ, ਅੰਮ੍ਰਿਤਸਰ 'ਚ, ਅੱਜ ਬਠਿੰਡੇ 'ਚ, ਬਠਿੰਡਾ ਦਿਹਾਤੀ ਹਲਕਾ ਹੈ। ਹਰਵਿੰਦਰ ਸਿੰਘ ਲਾਡੀ ਉੱਥੋਂ ਦੇ ਉਮੀਦਵਾਰ ਨੇ ਜਿਹੜੇ ਕਿ ਬੀਬੀ ਰੂਬੀ ਕੋਲੋਂ ਚੋਣ ਹਾਰ ਗਏ ਸੀ। ਉਹ ਕਾਂਗਰਸੀ ਉਮੀਦਵਾਰ ਸੀ। ਉਹਨਾਂ ਨੇ ਮਨਪ੍ਰੀਤ ਬਾਦਲ ਬਾਰੇ ਇਹ ਇਲਜ਼ਾਮ ਲਾਇਆ ਹੈ ਕਿ ਮਨਪ੍ਰੀਤ ਬਾਦਲ ਉਹਨਾਂ ਦਾ, ਠੀਕ ਹੈ, ਉਹ ਬਠਿੰਡੇ ਜ਼ਿਲ੍ਹੇ ਦੇ ਮੰਤਰੀ ਵੀ ਨੇ, ਖਜ਼ਾਨਾ ਮੰਤਰੀ ਨੇ। ਸੋ ਬਠਿੰਡੇ ਜ਼ਿਲ੍ਹੇ 'ਚ ਨਿਸ਼ਚਿਤ ਤੌਰ ਤੇ ਮਨਪ੍ਰੀਤ ਬਾਦਲ ਦੀ ਪੂਰੀ ਚੱਲਦੀ ਹੋਣੀ ਹੈ। ਪਰ ਉਹ ਇਹ ਕਹਿੰਦੇ ਨੇ ਕਿ ਹਲਕਾ ਦਿਹਾਤੀ 'ਚ ਮਨਪ੍ਰੀਤ ਬਾਦਲ ਦਖਲ ਦੇ ਰਹੇ ਨੇ। ਹੁਣ ਇਹ ਜਾਂ ਤਾਂ ਕਾਂਗਰਸ ਦੱਸੇ ਵੀ ਇਹ ਕਿੱਦਾਂ, ਕਿਸ ਰੂਪ 'ਚ ਦਖਲ ਦੇ ਰਹੇ ਨੇ, ਜਾਂ ਹਰਵਿੰਦਰ ਸਿੰਘ ਲਾਡੀ ਦੱਸਣ ਵੀ ਕਿਸ ਰੂਪ 'ਚ ਦਖਲ ਦੇ ਰਹੇ ਨੇ। ਕਿਉਂਕਿ ਦਖਲ ਦੇਣਾ ਤਾਂ ਬਣਦਾ ਇੱਕ ਮੰਤਰੀ ਹੈ। ਕੀ ਗਲਤ ਦਖਲ ਦੇ ਰਹੇ ਨੇ? ਜੇ ਗਲਤ ਦਖਲ ਦੇ ਰਹੇ ਨੇ, ਉਹਦੇ 'ਚ ਕੀ ਗਲਤ ਦਖਲ ਦੇ ਰਹੇ ਨੇ? ਹਾਲਾਂਕਿ ਬੜਾ ਨਾਰਾਜ਼ ਸੀਗੇ ਹਰਵਿੰਦਰ ਲਾਡੀ ਹੋਣੀ ਗਗਨ। ਉਹ ਮੁੱਖ ਮੰਤਰੀ ਦੇ ਦਫ਼ਤਰ ਚਲੇ ਗਏ, ਕਹਿੰਦੇ ਅਸੀਂ ਮੈਮੋਰੰਡਮ ਦੇਣਾ ਹੈ ਮੁੱਖ ਮੰਤਰੀ ਦੇ ਨਾਂ ਤੇ, ਰਾਜਾ ਵੜਿੰਗ ਨੂੰ ਮੈਮੋਰੰਡਮ ਦੇਣਾ ਹੈ, ਹਰੀਸ਼ ਰਾਵਤ ਨੂੰ ਮੈਮੋਰੰਡਮ ਦੇਣਾ ਹੈ। ਸੋ ਇਹ ਨਾਰਾਜ਼ਗੀ ਹੈ ਜਿਹੜੀ ਸਾਰੀ, ਇਹ ਉਹਨਾਂ ਦੇ ਹਰਵਿੰਦਰ ਲਾਡੀ ਉਹਨਾਂ ਦੇ ਜ਼ਿਹਨ 'ਚ ਸੀ। ਕੱਲ੍ਹ ਗਏ ਸੀ, ਉਹਨਾਂ ਦੀ ਗੱਲ ਵੀ ਸੁਣਾ ਦਿੰਦੇ। ਉਹਨਾਂ ਨੇ ਇਹ ਵੀ ਕਹਿਤਾ, ਕਹਿੰਦੇ ਅਗਰ ਮੇਰੀ ਗੱਲ ਨਾ ਸੁਣੀ ਗਈ, ਮੈਂ ਇਹੋ ਜਿਹੇ ਖੁਲਾਸੇ ਕਰੂੰਗਾ ਮਨਪ੍ਰੀਤ ਬਾਦਲ ਉਹਨਾਂ ਬਾਰੇ ਕਿ ਉਹਨਾਂ ਨੂੰ ਅਸਤੀਫਾ ਦੇਣਾ ਪਊ। ਇਹ ਇੱਕ ਤਰੀਕੇ ਨਾਲ ਬਾਗੀ ਹੋਣ ਦਾ ਇਸ਼ਾਰਾ ਹੈ, ਸਿੱਧੀ ਚੇਤਾਵਨੀ ਮਨਪ੍ਰੀਤ ਬਾਦਲ ਨੂੰ। ਹਾਲਾਂਕਿ ਮਨਪ੍ਰੀਤ ਬਾਦਲ ਅਗਰ ਕੋਈ ਪੱਖ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਸੀਂ ਹਰੇਕ ਦੀ ਗੱਲ ਕਰਦੇ ਹਾਂ, ਜਿਹੜਾ ਵੀ ਕੋਈ ਵਿਅਕਤੀ ਹੈ ਉਹ ਆਪਣੇ ਪੱਖ 'ਚ ਕੋਈ ਗੱਲ ਕਰਨਾ ਚਾਹੁੰਦਾ ਹੈ, ਕਿਉਂਕਿ ਉਹ ਖਜ਼ਾਨਾ ਮੰਤਰੀ ਨੇ, ਪੰਜਾਬ ਸਰਕਾਰ ਦਾ ਹਿੱਸਾ ਨੇ। ਉਹਨਾਂ ਦੀ ਪਾਰਟੀ ਦਾ ਹੀ ਇੱਕ ਸਾਬਕਾ ਉਮੀਦਵਾਰ, ਉਹ ਇਹ ਵੱਡੇ ਇਲਜ਼ਾਮ ਲਾ ਰਿਹਾ ਔਰ ਮੰਗ ਪੱਤਰ ਦੇ ਕੇ ਆ ਰਿਹਾ। ਫਿਰ ਮੁੱਖ ਮੰਤਰੀ ਦੀ ਟੀਮ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ। ਉਸ ਤੋਂ ਬਾਅਦ ਉਹਨਾਂ ਦੇ ਸੁਰ ਨੇ ਥੋੜ੍ਹੇ ਜਿਹੜੇ ਢਿਆਲੇ ਹੋਏ, ਪਰ ਉਹਨਾਂ ਦੀ ਨਾਰਾਜ਼ਗੀ ਕੀ ਹੈ ਮਨਪ੍ਰੀਤ ਬਾਦਲ ਦੇ ਨਾਲ ਦਿਹਾਤੀ ਹਲਕੇ 'ਚ, ਇੱਕ ਵਾਰੀ ਇਹ ਸੁਣ ਲਈਏ। ਔਰ ਅਸੀਂ ਆਪਣੀ ਅੱਜ ਮੰਗ ਪੱਤਰ ਦੇ ਕੇ ਆਏ ਹਾਂ ਐਮਪੀ ਸਿੰਘ ਜੀ ਨੂੰ, ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈਗਾ, ਕਿਉਂਕਿ ਮੇਰੇ ਹਲਕੇ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਹੈ, ਔਰ ਉਹਦਾ ਕਰਕੇ ਮਨਪ੍ਰੀਤ ਬਾਦਲ ਦੀ ਤੇ ਉਹਨਾਂ ਦੇ ਪਰਿਵਾਰ ਦੀ ਬੇਲੋੜੀ ਦਖਲਅੰਦਾਜ਼ੀ ਆ। ਕੋਈ ਲਾਲਚ ਦੇ ਬਸ ਉਹ ਆਪਦੇ ਉੱਥੇ ਉਹਨਾਂ ਨੇ ਅਫਸਰ ਲਾਏ ਹੋਏ ਆ, ਆਪਣੇ ਪੁਲਿਸ ਅਧਿਕਾਰੀ ਲਾਏ ਹੋਏ, ਉਹਨਾਂ ਨੇ ਜ਼ਿਲ੍ਹੇ ਵਿੱਚ ਵੀ ਇਸ ਤਰ੍ਹਾਂ ਹੀ ਲਾਏ ਹੋਏ ਆ। ਜਿਹੜਾ ਕੋਈ ਉਹਨਾਂ ਦਾ ਕੰਮ ਨਹੀਂ ਕਰਦਾ ਉਹਨੂੰ ਬਦਲ ਦਿੰਦੇ ਆ, ਔਰ ਵਰਕਰਾਂ ਦੇ ਉੱਤੇ ਤਸ਼ੱਦਦ ਹੋ ਰਿਹਾ। ਕਿਉਂਕਿ ਮੇਰਾ ਜਿਹੜਾ ਹਲਕਾ ਗਾ ਇਹ ਲੰਬੀ ਦੇ ਬਿਲਕੁਲ ਨਾਲ ਲੱਗ ਹੈਗਾ, ਔਰ ਵਰਕਰਾਂ ਨੇ ਪਹਿਲਾਂ 10 ਸਾਲ ਅਕਾਲੀ ਦਲ ਦਾ ਬਹੁਤ ਜ਼ਿਆਦਾ ਤਸ਼ੱਦਦ ਸਹਿਆ ਗਾ। ਔਰ ਇੱਕ ਰਾਈਕੇ ਕਲਾਂ ਪਿੰਡ ਆ ਸਾਡਾ, ਇਕੱਲੇ ਰਾਈਕੇ ਕਲਾਂ ਪਿੰਡ ਦੇ ਵਿੱਚ 42 ਬੰਦਿਆਂ ਦੇ ਉੱਤੇ ਅਕਾਲੀ ਸਰਕਾਰ ਵੇਲੇ 307 ਦੇ ਪਰਚੇ ਦਰਜ ਹੋਏ ਸੀ, ਔਰ ਲੇਡੀਜ਼ ਵੀ ਉੱਥੇ ਜੇਲ੍ਹ ਕੱਟ ਕੇ ਆਈਆਂ ਸੀ। ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਨਪ੍ਰੀਤ ਬਾਦਲ ਨੇ ਵੀ ਸਾਡੇ ਹਲਕੇ ਦੀ ਉਹ ਦਸ਼ਾ ਕਰ ਰੱਖੀ ਆ। ਉੱਥੇ ਇਹਨੇ ਅਕਾਲੀਆਂ ਦੇ ਕੰਮ ਕਰਦਾ, ਅਕਾਲੀਆਂ ਨੂੰ ਮੂਹਰੇ ਲਾਇਆ ਪਿਆ, ਔਰ ਸਾਡੇ ਵਰਕਰ ਉੱਥੇ ਜਲੀਲ ਹੁੰਦੇ ਆ। ਇਹ ਅਸੀਂ ਲੈ ਕੇ ਅੱਜ ਸੀਐਮ ਸਾਹਿਬ ਕੋਲੇ ਆਏ ਸੀ, ਔਰ ਸਾਨੂੰ ਵਿਸ਼ਵਾਸ ਦਿਵਾਇਆ ਗਾ ਵੀ ਇੱਕ ਹਫ਼ਤੇ ਦੇ ਵਿੱਚ ਸਾਡਾ ਇਹ ਮਸਲਾ ਸਾਰਾ ਸੋਲਵ ਕਰ ਦੇਣਗੇ। ਲਾਡੀ ਜੀ ਸਾਡੇ ਬੜੇ ਸਤਿਕਾਰਯੋਗ ਹੈਗੇ ਆ,
ਇਹਨਾਂ ਦੇ ਪਰਿਵਾਰ ਵੀ ਸਿਆਸੀ ਤੌਰ ਤੇ ਬੜੇ ਸਰਗਰਮ ਰਹੇ ਆ ਬਠਿੰਡੇ ਹਲਕੇ 'ਚ। ਮੈਨੂੰ ਤਾਂ ਅੱਜ ਹੁਕਮ ਹੋਇਆ ਸੀਗਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਸਾਹਿਬ ਵੱਲੋਂ ਵੀ ਲਾਡੀ ਸਾਹਿਬ ਕੋਈ ਮੈਮੋਰੈਂਡਮ ਦੇਣਾ ਚਾਹੁੰਦੇ ਆ। ਇਹ ਮੰਗ ਪੱਤਰ ਆ ਗਿਆ ਹੈਗਾ, ਇਹ ਮੈਂ ਜਾਖੜ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗਾ ਔਰ ਜੋ ਵੀ ਇਹਨਾਂ ਦੀ ਕੋਈ ਹੈ ਨਾਰਾਜ਼ਗੀ ਜਾਂ ਕੋਈ ਜੋ ਇਹ ਸੋਚ ਰੱਖਦੇ ਆ ਉਹ ਸੀਐਮ ਸਾਹਿਬ ਤੱਕ ਪਹੁੰਚਾਈ ਜਾਊਗੀ ਤੇ ਜਾਖੜ ਸਾਹਿਬ ਤੱਕ ਪਹੁੰਚਾਈ ਜਾਊਗੀ। ਜਦੋਂ ਵੀ ਇਸ ਕਿਸਮ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਜਿਹੜਾ ਸਾਡਾ ਰੋਲ ਹੁੰਦਾ ਜਾਂ ਜਿਹੜਾ ਮੇਰੀ ਜਿਹੜੀ ਡਿਊਟੀ ਹੁੰਦੀ ਹੈ ਉਹ ਫਰਜ਼ ਇਹ ਹੁੰਦਾ ਕਿ ਜੇ ਇਸ ਕਿਸਮ ਦੀ ਨਾਰਾਜ਼ਗੀ ਜਾਂ ਮਤਭੇਦ ਕਿਸੇ ਲੈਵਲ ਤੇ ਆਏ ਵੀ ਹੈ ਉਹ ਮੁੱਖ ਮੰਤਰੀ ਸਾਹਿਬ ਤੱਕ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਤੱਕ ਪਹੁੰਚਾਏ ਜਾਣਗੇ। ਸੋ ਜਿਹੜੀਆਂ ਵੀ ਗੱਲਾਂ ਇਹਨਾਂ ਨੇ ਇਸ ਮੰਗ ਪੱਤਰ 'ਚ ਆਖੀਆਂ ਸਾਹਿਬ, ਇਹ ਮੰਗ ਪੱਤਰ ਵੀ ਉੱਥੇ ਉਹਨਾਂ ਕੋਲ ਪਹੁੰਚੂਗਾ ਔਰ ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਇਹਨਾਂ ਨੇ ਤੁਹਾਡੇ ਨਾਲ ਕੀਤੀ ਹੈ ਤੇ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ, ਇਹਨਾਂ ਸਾਰਿਆਂ ਦਾ ਲੇਖਾ ਜੋਖਾ ਵੀ ਉੱਥੇ ਦਿੱਤਾ ਜਾਊਗਾ। ਸੋ ਤੁਸੀਂ ਦੇਖੋ ਸੰਦੀਪ ਸੰਧੂ ਹੋਣਾ ਦੀ ਵੀ ਹੁਣ ਤੁਸੀਂ ਗੱਲ ਇੱਕ ਵਾਰ ਸੁਣ ਲਓ ਗਗਨ, ਸੰਦੀਪ ਸੰਧੂ ਹੋਣਾ ਦਾ ਕੀ ਰਿਐਕਸ਼ਨ ਸੀ ਇਸ ਪੂਰੇ ਮਸਲੇ ਤੇ। ਕੀ ਮਨਪ੍ਰੀਤ ਬਾਦਲ ਨੂੰ ਵੀ ਇੱਕ ਨਵੀਂ ਚੁਣੌਤੀ ਮਿਲੂਗੀ? ਕੀ ਮਨਪ੍ਰੀਤ ਬਾਦਲ ਹੁਣ ਇਹਦੇ ਤੇ ਆਪਣੀ ਕੋਈ ਗੱਲ ਰੱਖਣਗੇ, ਸਰਕਾਰੀ ਪ੍ਰੈਸ ਨੋਟ ਜਾਂ ਕੋਈ ਵੀਡੀਓ ਜਾਂ ਕੋਈ ਟਵੀਟ ਤੇ ਜ਼ਰੂਰ ਮਨਪ੍ਰੀਤ ਬਾਦਲ ਦਾ ਪੱਖ ਵੀ ਰੱਖਾਂਗੇ। ਕੀ ਮਨਪ੍ਰੀਤ ਬਾਦਲ ਤੇ ਇਹ ਜਿਹੜੇ ਇਲਜ਼ਾਮ ਲਾਏ ਗਏ ਨੇ ਇਹ ਕਿੰਨੇ ਕੁ ਸੱਚੇ ਨੇ, ਇਹਦੇ ਉੱਤੇ ਵੀ ਮਨਪ੍ਰੀਤ ਬਾਦਲ ਆਪਣੀ ਟਿੱਪਣੀ ਰੱਖ ਸਕਦੇ ਨੇ। ਮੈਂ ਤਾਂ ਚਾਹੁੰਦਾ ਮੁੱਖ ਮੰਤਰੀ ਜਾਂਚ ਦੇ ਹੁਕਮ ਦੇ ਦੇਣ ਕਿ ਕੀ ਹਰਵਿੰਦਰ ਸਿੰਘ ਲਾਡੀ ਸਹੀ ਕਹਿ ਰਹੇ ਨੇ ਜੋ ਇਹਨਾਂ ਨੇ ਇਲਜ਼ਾਮ ਲਾਏ ਨੇ। ਸੋ ਇਹ ਕਾਂਗਰਸ ਇੱਕ ਤਰੀਕੇ ਨਾਲ ਖੰਡਾਰਾ ਪੈ ਰਿਹਾ ਗਗਨ, ਕਾਂਗਰਸ ਇੱਕ ਤੋਂ ਬਾਅਦ ਹਰ ਨਵੇਂ ਦਿਨ ਕੋਈ ਨਾ ਕੋਈ ਖੰਡਾਰਾ ਪੈ ਰਿਹਾ। ਅੱਜ ਪਤਾ ਨਹੀਂ ਕਿਹੜੇ ਕਾਂਗਰਸੀ ਲੀਡਰ ਤੇ ਕਿਹੜੇ ਕਾਂਗਰਸੀ ਲੀਡਰ ਨੇ ਇਲਜ਼ਾਮ ਲਾ ਦੇਣੇ ਆ, ਰੱਬ ਜਾਣਦਾ। ਪਰ ਸਥਿਤੀਆਂ ਕਾਂਗਰਸ 'ਚ ਇਸ ਵਕਤ ਕਾਫੀ ਗੁੰਝਲ ਵਾਲੀਆਂ ਬਣ ਗਈਆਂ। ਔਰ ਦੇਖੋ ਸੰਦੀਪ ਸੰਧੂ ਜਦੋਂ ਆਏ ਉਹਨਾਂ ਨੇ ਪ੍ਰਗਟ ਸਿੰਘ ਦੇ ਉੱਤੇ ਜਿਹੜੇ ਸਵਾਲ ਹੋਏ ਉਹਨਾਂ ਦਾ ਜਵਾਬ ਕਿਵੇਂ ਦਿੱਤਾ ਇਹ ਵੀ ਨਾਲ ਸੁਣਾ ਦਿਓ। ਸੋ ਮੀਟਿੰਗ ਤੋਂ ਬਾਅਦ ਸੰਦੀਪ ਸੰਧੂ ਔਰ ਹਰਵਿੰਦਰ ਲਾਡੀ ਉਹਨਾਂ ਦੀ ਗੱਲ ਵੀ ਸੁਣਾ ਦਿਓ ਔਰ ਸੰਦੀਪ ਸੰਧੂ ਦਾ ਪ੍ਰਗਟ ਸਿੰਘ ਤੇ ਬਿਆਨ ਵੀ ਸੁਣਾ ਦਿਓ। ਪ੍ਰਗਟ ਸਿੰਘ ਉਹਨਾਂ ਦੇ ਮਾਮਲੇ 'ਚ ਕੀ ਕਹਿਣਾ ਚਾਹੋਗੇ? ਕੋਈ ਧਮਕੀ ਭਰਿਆ ਫੋਨ ਦੇਖੋ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ, ਇਸ ਤੋਂ ਬਾਅਦ ਮੈਂ ਇਸ ਗੱਲ ਤੇ ਹੋਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਤੁਸੀਂ ਬੋਲ ਰਹੇ ਨੇ, ਦੇਖੋ ਮੇਰੀ ਬੇਨਤੀ ਹੈ, ਕੌਣ ਝੂਠ ਬੋਲ ਰਿਹਾ ਕੌਣ ਸੱਚ ਬੋਲ ਰਿਹਾ ਹੈਗਾ, ਇਸ ਬਾਰੇ ਅੱਜ ਦਾ ਜਿਹੜਾ ਮੇਰਾ ਮਕਸਦ ਸੀ ਆਉਣ ਦਾ ਉਹ ਆ ਸੀਗਾ ਕਿ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਆ ਕੇ ਸੁਣਾ। ਇਹ ਜਿਹੜਾ ਕਿਤੇ ਗੱਲਬਾਤ ਤੁਸੀਂ ਕਰਨੀ ਹੋਈ ਜਦੋਂ ਆਪਾਂ ਇਸ ਚੋਂ ਮੈਂ ਫਾਰਗ ਹੋ ਗਿਆ, ਜਿਹੜਾ ਹੋਰ ਕਲੇਸ਼ ਕਾਂਗਰਸ 'ਚ ਮਚਿਆ ਹੋਇਆ ਲੱਗਦਾ ਇਹ ਸੁਲਝੂਗਾ? ਬਿਲਕੁਲ ਸੁਲਝੂਗਾ ਜੀ। ਜੇ ਕਿਸੇ ਕਿਸਮ ਦੀਆਂ ਕੋਈ ਨਾਰਾਜ਼ਗੀ ਲਾਡੀ ਸਾਹਿਬ ਦੀ ਨਾਰਾਜ਼ਗੀ ਆ, ਕਿਸੇ ਦੀ ਵੀ ਨਾਰਾਜ਼ਗੀ ਆ, ਸਾਰੀਆਂ ਸੁਲਝਾਈਆਂ ਜਾਣਗੀਆਂ ਜੀ। ਬਿਲਕੁਲ ਡੱਲਾ ਸਾਹਿਬ, ਇੱਕ ਪਾਸੇ ਅੰਦਰੂਨੀ ਕਾਟੋ ਕਲੇਸ਼ ਹੈ ਕਾਂਗਰਸ ਦਾ ਲਗਾਤਾਰ ਚੱਲ ਰਿਹਾ ਤੇ ਦੂਜੇ ਪਾਸੇ ਜਿਹੜੀ 3 ਮੈਂਬਰੀ ਕਮੇਟੀ ਦਾ ਲਗਾਤਾਰ ਜ਼ਿਕਰ ਹੋ ਰਿਹਾ, ਇਸ 3 ਮੈਂਬਰੀ ਕਮੇਟੀ ਦੇ ਵਿੱਚ ਹੁਣ ਕੀ ਕੁਝ ਲੱਗ ਰਿਹਾ ਹੈ ਕਿ ਇਹ ਕਮੇਟੀ ਕਦੋਂ ਤੱਕ ਪੰਜਾਬ ਆ ਸਕਦੀ ਹੈ ਤੇ ਕਿਹੋ ਜਿਹੇ ਫੈਸਲੇ ਇਸ ਕਮੇਟੀ ਦੇ ਹੱਥ ਦੇ ਵਿੱਚ ਹੋ ਸਕਦੇ ਨੇ ਕਰਨ ਵਾਲੇ? ਬਿਲਕੁਲ, ਤੁਹਾਡਾ ਪਹਿਲਾ ਸਵਾਲ ਇਹੀ ਸੀ, ਮੈਂ ਮਨਪ੍ਰੀਤ ਬਾਦਲ ਹੋਣਾ ਵੱਲ ਜ਼ਿਆਦਾ ਵਿਸਥਾਰ ਲੈ ਗਿਆ। ਇਹ 3 ਮੈਂਬਰੀ ਕਮੇਟੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਅੰਦਰ ਖਾਤੇ, ਕਿਉਂਕਿ ਜਿਹੜਾ ਨਾਰਾਜ਼ ਧੜਾ ਹੈ ਕਿਤੇ ਨਾ ਕਿਤੇ ਉਹ ਇਹ ਮੰਨਦਾ ਹੈ ਕਿ ਅਗਰ ਇਹ 3 ਮੈਂਬਰੀ ਕਮੇਟੀ ਬਣਨੀ ਸੀ ਤੇ ਉਹਦੇ 'ਚ ਹਰੀਸ਼ ਰਾਵਤ ਨਹੀਂ ਹੋਣੇ ਚਾਹੀਦੇ ਸੀ, ਕਿਉਂਕਿ ਹਰੀਸ਼ ਰਾਵਤ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ। ਹਰੀਸ਼ ਰਾਵਤ ਨੇ ਤਾਂ ਪਹਿਲਾਂ ਹੀ ਕੋਸ਼ਿਸ਼ਾਂ ਕੀਤੀਆਂ ਕਿ ਸਿੱਧੂ ਤੇ ਕੈਪਟਨ 'ਚ ਸਮਝੌਤਾ ਹੋਵੇ ਤੇ ਹਰੀਸ਼ ਰਾਵਤ ਸਮਝੌਤਾ ਨਹੀਂ ਕਰਾ ਸਕੇ। ਤੇ ਦੂਜੀ ਗੱਲ ਇਹ ਵੀ ਕੁਝ ਲੋਕ ਕਹਿੰਦੇ ਨੇ ਕਿ ਹਰੀਸ਼ ਰਾਵਤ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਭਾਵ 'ਚ ਆ ਗਏ। ਉਹ ਕਿਉਂ ਆ ਗਏ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਆਪਣਾ ਕ੍ਰਿਸ਼ਮਾ ਹੈ। ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਮੁੱਖ ਮੰਤਰੀ ਬਣੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਰਾਜੀਵ ਗਾਂਧੀ ਦੇ ਦੋਸਤ ਸੀ। ਔਰ ਕਿਤੇ ਨਾ ਕਿਤੇ ਕੁਝ ਲੀਡਰਾਂ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਉਹਨੇ ਸੀਨੀਅਰ ਨਹੀਂ ਹੈ ਕਾਂਗਰਸ 'ਚ, ਉਮਰ ਵੀ ਉਹਨਾਂ ਦੀ ਛੋਟੀ ਹੈ। ਸੋ ਚਾਹੀਦਾ ਤਾਂ ਇਹ ਸੀ, ਕਹਿੰਦੇ ਕੁਝ ਪੋਲੀਟੀਕਲ ਮਾਹਰ ਨੇ ਉਹ ਕਹਿੰਦੇ ਵੀ ਚਾਹੀਦਾ ਇਹ ਸੀ ਕਿ ਕਾਂਗਰਸ ਹਰੀਸ਼ ਰਾਵਤ ਦੀ ਜਗ੍ਹਾ ਗੁਲਾਮ ਨਬੀ ਆਜ਼ਾਦ ਵਰਗੇ ਕਿਸੇ ਕੈਪਟਨ ਅਮਰਿੰਦਰ ਦੇ ਬਰਾਬਰ ਕੱਦ ਦੇ ਲੀਡਰ ਨੂੰ ਕਮੇਟੀ 'ਚ ਬਣਾਉਂਦੀ। ਸੋ ਉਹ 3 ਮੈਂਬਰਾਂ ਦੀ ਜਿਹੜੀ ਕਮੇਟੀ ਹੁੰਦੀ ਉਹ ਤੈਅ ਕਰਦੀ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਕੀ ਰੌਲਾ ਹੈ। ਹੁਣ ਅੰਦਰ ਖਾਤੇ ਕੁਝ ਲੀਡਰ ਨੇ ਜਿਹੜੇ ਵਿਰੋਧੀ ਧਿਰ ਦੇ, ਕੈਪਟਨ ਅਮਰਿੰਦਰ ਦੇ ਵਿਰੋਧੀ ਧਿਰ ਦੇ, ਉਹ ਇਸ ਗੱਲ ਤੋਂ ਨਾਰਾਜ਼ ਹੈ ਕਿ ਹਰੀਸ਼ ਰਾਵਤ ਕਮੇਟੀ 'ਚ ਕਿਉਂ ਨਹੀਂ। ਦੇਖੋ ਹਰੀਸ਼ ਰਾਵਤ ਉਹਨਾਂ ਨੇ ਫੋਨ ਵੀ ਕੀਤੇ, ਕਹਿੰਦੇ ਪਿਛਲੇ ਦਿਨਾਂ 'ਚ ਸਾਰਿਆਂ ਨੂੰ ਵੀ ਮਸਲਾ ਨਿਬੇੜੋ, ਆਪਾਂ ਮਿਲ ਬੈਠ ਕੇ ਗੱਲ ਕਰਾਂਗੇ, ਤੇ ਹਰੀਸ਼ ਰਾਵਤ ਆਪ ਵੀ ਨਹੀਂ ਆਏ। ਇਹ ਵੀ ਕਿਹਾ ਜਾ ਰਿਹਾ, ਕੁਝ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਨਹੀਂ ਠੀਕ, ਪਰ ਕਮੇਟੀ 'ਚ ਉਹਨਾਂ ਦਾ ਨਾਮ ਆ ਗਿਆ ਤਾਂ ਮਤਲਬ ਸਿਹਤ ਤਾਂ ਠੀਕ ਹੈ। ਰੱਬ ਉਹਨਾਂ ਨੂੰ ਹੋਰ ਚੰਗੀ ਤੰਦਰੁਸਤੀ ਦੇਵੇ, ਸਿਹਤ ਦੇਵੇ, ਕਸਰਤ ਵੀ ਕਰਨ ਉਹ। ਪਰ ਸਵਾਲ ਇਹ ਹੈ ਕਿ ਜਦੋਂ ਹੁਣ ਹਰੀਸ਼ ਰਾਵਤ ਕਮੇਟੀ 'ਚ ਪੈ ਗਏ, ਜੇ ਹਾਈ ਕਮਾਂਡ ਤੱਕ ਇਹ ਗੱਲ ਪਹੁੰਚ ਗਈ ਕਿ ਹਰੀਸ਼ ਰਾਵਤ ਦੇ ਕਮੇਟੀ 'ਚ ਆਉਣ ਤੋਂ ਵੀ ਕੁਝ ਕਾਂਗਰਸੀ ਨਾਰਾਜ਼ ਨੇ, ਤਾਂ ਕੀ ਇਸ ਕਮੇਟੀ ਤੇ ਸਵਾਲ ਖੜੇ ਹੋਣਗੇ? ਹੁਣ ਜਿਹੜੀ ਇਹ ਕਮੇਟੀ ਬਣੀ ਹੈ ਉਂਝ ਇਹ ਹੋਣਾ ਨਹੀਂ ਚਾਹੀਦਾ। ਹਰੀਸ਼ ਰਾਵਤ ਨੂੰ ਵੀ ਅਗਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਭਾਵ 'ਚ ਨੇ, ਮੈਨੂੰ ਲੱਗਦਾ ਜਦੋਂ 3 ਮੈਂਬਰਾਂ ਦੀ ਕਮੇਟੀ 'ਚ ਹੋਣਗੇ
ਉਦੋਂ ਉਹਨਾਂ ਤੇ ਪ੍ਰਭਾਵ ਕੋਈ ਨਹੀਂ ਪੈਣਾ। ਉਹ ਇੱਕ ਨਿੱਜੀ ਪ੍ਰਭਾਵ ਹੋ ਸਕਦਾ ਹੈ, ਇੱਕ ਦੋ ਵਿਅਕਤੀਆਂ ਦਾ ਇੱਕ ਦੂਜੇ ਤੇ ਜੋ ਰਿਸ਼ਤਾ ਹੁੰਦਾ ਹੈ। ਪਰ ਜਦੋਂ ਕਮੇਟੀ 'ਚ ਹੋਣਗੇ ਹਰੀਸ਼ ਰਾਵਤ, ਮੈਨੂੰ ਲੱਗਦਾ ਉਹ ਮੁੱਖ ਮੰਤਰੀ ਰਹਿ ਚੁੱਕੇ ਨੇ ਉੱਤਰਾਖੰਡ ਦੇ, ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਹਰੀਸ਼ ਰਾਵਤ, ਸੋ ਤਕੜੇ ਕੱਦ ਦੇ ਲੀਡਰ ਨੇ। ਮੈਨੂੰ ਨਹੀਂ ਲੱਗਦਾ ਕਿ ਉਹ ਹੁਣ ਨਿਰਪੱਖਤਾ ਨਹੀਂ ਕਰਨਗੇ, ਜਾਂ ਪਹਿਲਾਂ ਉਹਨਾਂ ਨੇ ਨਿਰਪੱਖਤਾ ਨਹੀਂ ਕੀਤੀ। ਹਾਂ, ਉਹਨਾਂ ਦੀ ਸੁਣੀ ਕਿਉਂ ਨਹੀਂ ਗਈ ਪਹਿਲਾਂ, ਇਹ ਗੱਲ ਵੱਖਰੀ ਹੈ, ਕਿਉਂਕਿ ਉਹ ਬਹੁਤ ਕੁਝ ਕਰਨਾ ਚਾਹੁੰਦੇ ਸੀ। ਸਿੱਧੂ ਬਾਰੇ ਉਹਨਾਂ ਨੇ ਕਿਹਾ ਸੀ ਕਿ ਸਿੱਧੂ ਸਾਡਾ ਐਸਟ ਹੈ, ਮੈਨੂੰ ਯਾਦ ਹੈ, ਇੰਟਰਵਿਊ ਵੀ ਮੈਂ ਉਹਨਾਂ ਦੀ ਪੜ੍ਹੀ ਸੀ ਇੱਕ। ਹੁਣ ਸਵਾਲ ਇਹ ਹੈ ਕਿ ਕਮੇਟੀ ਕਦੋਂ ਆਊਗੀ ਗਗਨ? ਕੀ ਉਹ ਕਮੇਟੀ 5-7 ਦਿਨਾਂ 'ਚ ਆਊਗੀ? ਉਹ ਕਮੇਟੀ ਕੀ ਕਰੂਗੀ? ਕੀ ਸਿਰਫ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕਰੂਗੀ, ਮੰਤਰੀਆਂ ਨਾਲ ਮੁਲਾਕਾਤ ਕਰੂਗੀ, ਵਿਧਾਇਕਾਂ ਨਾਲ ਮੁਲਾਕਾਤ ਕਰੂਗੀ, ਨਵਜੋਤ ਸਿੱਧੂ ਨਾਲ, ਚੰਨੀ ਨਾਲ, ਮੰਤਰੀਆਂ ਵਿਧਾਇਕਾਂ ਨਾਲ ਇਕੱਲੇ ਮੀਟਿੰਗ ਕਰੂਗੀ, ਜਾਂ ਸਮੂਹਿਕ ਰੂਪ ਤੇ ਮੀਟਿੰਗ ਕਰੂਗੀ? ਅਗਰ ਤਾਂ ਇਕੱਲੇ ਮੀਟਿੰਗ ਕਰਦੀ ਹੈ ਗਗਨ, ਫਿਰ ਤਾਂ ਇਸ ਰੂਪ 'ਚ ਦੇਖਿਆ ਜਾਊਗਾ ਕਿ ਉਹ ਹਾਈ ਕਮਾਂਡ ਨੂੰ ਰਿਪੋਰਟ ਦੇਊਗੀ ਕੋਈ ਨਾ ਕੋਈ, ਉਸ ਰਿਪੋਰਟ ਦੇ ਆਧਾਰ ਤੇ ਹਾਈ ਕਮਾਂਡ ਅਗਲਾ ਫੈਸਲਾ ਕਰੂ। ਅਗਰ ਸਮੂਹਿਕ ਮੀਟਿੰਗ ਕਰਦੀ ਹੈ ਕਮੇਟੀ, ਵੀ ਮੰਤਰੀ ਸਾਰਿਆਂ ਨੂੰ ਇਕੱਠਿਆਂ ਨੂੰ ਮਿਲ ਲਿਆ, ਵਿਧਾਇਕਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਬੁਲਾ ਲਿਆ 5-5 7-7 ਦਿਨ, ਉਹਦਾ ਕੋਈ ਵਧੀਆ ਨਤੀਜਾ ਨਹੀਂ ਨਿਕਲਣਾ। ਹਾਲਾਂਕਿ ਜਿਹੜੇ ਨਾਰਾਜ਼ ਗੁੱਟ ਹੈ ਉਹ ਇਹ ਚਾਹੁੰਦਾ ਹੈ ਕਿ ਸਿੱਧਾ ਰਾਹੁਲ ਗਾਂਧੀ ਇਕੱਲੇ ਵਿਧਾਇਕ ਦੇ ਨਾਲ ਮੀਟਿੰਗ ਕਰਨ, ਜਾਂ ਸੋਨੀਆ ਗਾਂਧੀ ਜਾਂ ਪ੍ਰਿੰਕਾ ਗਾਂਧੀ, ਔਰ ਜਿਹੜੀ ਉਹ ਫੀਡਬੈਕ ਇਕੱਲਾ ਵਿਧਾਇਕ ਦੇਵੇ ਰਾਹੁਲ ਗਾਂਧੀ, ਸੋਨੀਆ ਜਾਂ ਪ੍ਰਿੰਕਾ ਨੂੰ, ਉਹਦੇ ਆਧਾਰ ਦੇ ਉੱਤੇ ਕਾਂਗਰਸ ਅੱਗੇ ਫੈਸਲੇ ਕਰੇ। ਹੁਣ ਬਾਕੀ ਵਕਤ ਦੇਖਦੇ ਹਾਂ ਹਾਲਾਤ ਕੀ ਬਣਦੇ ਨੇ ਗਗਨ ਕਾਂਗਰਸ 'ਚ। ਡੱਲਾ ਸਾਹਿਬ, ਉਧਰ ਇੱਕ ਮੀਟਿੰਗ ਦੀ ਚਰਚਾ ਬਹੁਤ ਹੋ ਰਹੀ ਹੈ ਕਿ ਕੁਝ ਕਿਸਾਨ ਆਗੂਆਂ ਦੀ ਕੇਂਦਰ ਦੇ ਕੁਝ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਜਿਹੜੀ ਚਰਚਾ ਉਹ ਸਕਾਰਾਤਮਕ ਰਹੀ ਹੈ। ਕਾਫੀ ਸਮੇਂ ਬਾਅਦ ਇਹ ਸ਼ਬਦ ਸੁਣਨ ਨੂੰ ਮਿਲਿਆ, ਖਾਸ ਕਰਕੇ ਕਿਸਾਨਾਂ ਵਾਲੇ ਪੱਖ ਤੋਂ। ਕੀ ਲੱਗਦਾ ਹੈ ਇਸ ਮੀਟਿੰਗ ਦੇ ਵਿੱਚ ਕਿਹੋ ਜਿਹੀਆਂ ਚਰਚਾਵਾਂ ਹੋਈਆਂ ਹੋਣਗੀਆਂ, ਕਿਹਨਾਂ ਗੱਲਾਂ ਦੇ ਉੱਤੇ ਸਹਿਮਤੀ ਹੋ ਸਕਦਾ ਕਿ ਬਣੀ ਹੋਵੇ? ਦੇਖੋ, ਕਹਿੰਦੇ ਇੱਕ ਗੁਪਤ ਮੀਟਿੰਗ ਹੋਈ ਹੈ। ਹੁਣ ਮੈਨੂੰ ਨਹੀਂ ਪਤਾ ਇਹ ਮੀਟਿੰਗ ਗੁਪਤ ਸੀ ਜਾਂ ਓਪਨ ਸੀ। ਕਿਸਾਨਾਂ ਨੇ ਹਾਲੇ ਤੱਕ ਕੋਈ ਪ੍ਰੈਸ ਨੋਟ ਜਾਰੀ ਕੀਤਾ, ਕਿਸਾਨਾਂ ਨੇ ਹਾਲੇ ਤੱਕ ਕੋਈ ਬਿਆਨ ਜਾਰੀ ਕੀਤਾ, ਹਜੇ ਤੱਕ ਮੇਰੀ ਨੌਲੇਜ 'ਚ ਨਹੀਂ ਹੈ। ਹੋ ਸਕਦਾ ਕੀਤਾ ਹੋਵੇ, ਮੇਰੇ ਤੱਕ ਨਾ ਪਹੁੰਚਿਆ ਹੋਵੇ। ਪਰ ਚਰਚਾਵਾਂ ਇਹ ਨੇ ਕਿ ਇੱਕ ਮੀਟਿੰਗ ਹੈ ਜਿਹੜੀ ਉਹ ਇੱਕ ਸਰਕਾਰੀ ਅਧਿਕਾਰੀਆਂ ਔਰ ਕੁਝ ਕਿਸਾਨ ਲੀਡਰਾਂ ਦੇ ਵਿੱਚ ਹੋਈ। ਕਿਹਾ ਜਾ ਰਿਹਾ ਉਹਦੇ 'ਚ ਬਲਬੀਰ ਸਿੰਘ ਰਾਜੇਵਾਲ ਵੀ ਸੀ, ਗੁਰਨਾਮ ਸਿੰਘ ਚਡੂਨੀ ਵੀ ਸੀ, 4-5 ਹੋਰ ਲੀਡਰ ਸੀ। ਇਸ ਮੀਟਿੰਗ ਦਾ ਮਕਸਦ ਕੀ ਸੀ? ਇਸ ਮੀਟਿੰਗ ਦਾ ਮਨਸ਼ਾ ਕੀ ਸੀ? ਕਿਉਂਕਿ ਕਿਸਾਨ ਲੀਡਰਾਂ ਨੇ ਤਾਂ ਕਿਹਾ ਸੀ ਕਿ ਅਗਰ 25 ਮਈ ਤੱਕ ਸਰਕਾਰ ਨੇ ਸਾਡੀ ਗੱਲ ਦਾ ਜਵਾਬ ਨਾ ਦਿੱਤਾ ਤੇ ਅਸੀਂ ਕੋਈ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ। ਹਜੇ ਤੱਕ ਕਿਸਾਨਾਂ ਵੱਲੋਂ ਕੋਈ ਵੱਡੇ ਐਕਸ਼ਨ ਦਾ ਐਲਾਨ ਨਹੀਂ ਕੀਤਾ ਗਿਆ ਗਗਨ, ਜਾਂ ਕੀਤਾ ਗਿਆ? ਨਹੀਂ, ਫਿਲਹਾਲ ਹਾਲੇ ਮੀਟਿੰਗਾਂ ਚੱਲ ਰਹੀਆਂ ਨੇ। ਪਰ ਇਸੇ ਦਰਮਿਆਨ ਕਹਿੰਦੇ ਮੀਟਿੰਗ ਹੋਈ ਹੈ ਸਰਕਾਰੀ ਅਫਸਰਾਂ ਦੇ ਨਾਲ, ਵੱਡੇ IAS ਅਫਸਰ ਵੀ ਸੀ ਉਹਦੇ ਵਿੱਚ, ਕਿਸਾਨ ਲੀਡਰਾਂ ਦੀ। ਇਹਦੇ ਦੋ ਸੰਕੇਤ ਕੱਢੇ ਜਾ ਸਕਦੇ ਨੇ। ਇੱਕ ਸੰਕੇਤ ਇਹ ਕੱਢਿਆ ਜਾ ਸਕਦਾ ਹੈ ਕਿ ਸਰਕਾਰ ਇੱਕ ਵਾਰੀ ਫੇਰ ਟੋਣਾ ਚਾਹੁੰਦੀ ਹੈ ਕਿ ਕਿਸਾਨ ਹੁਣ ਕੀ ਚਾਹੁੰਦੇ ਨੇ। ਵੱਡੇ ਅੰਦੋਲਨ ਤੋਂ ਬਾਅਦ 6 ਮਹੀਨਿਆਂ ਤੋਂ ਬਾਅਦ, ਜਦੋਂ ਕਿਤੇ ਨਾ ਕਿਤੇ ਕੋਵਿਡ ਕਰਕੇ ਵੀ ਅੰਦੋਲਨ ਘਟਿਆ ਤੇ ਕਿਤੇ ਨਾ ਕਿਤੇ ਕਿਸਾਨ ਵੀ ਆਪਣੇ ਕੰਮਾਂ ਕਾਰਾਂ 'ਚ ਬਹੁਤ ਸਾਰੇ ਵਾਪਸ ਚਲੇ ਗਏ, ਸੋ ਸਰਕਾਰ ਹੀ ਜਾਣਨਾ ਚਾਹੁੰਦੀ ਹੈ ਕਿ ਹੁਣ ਅੰਦੋਲਨ 'ਚ ਲੀਡਰਾਂ ਦਾ ਰੁਖ ਕੀ ਹੈ। ਇਸ ਕਰਕੇ ਮੀਟਿੰਗ ਕੀਤੀ ਹੋ ਸਕਦੀ ਹੈ। ਅਧਿਕਾਰੀਆਂ ਨੇ ਪੁੱਛਿਆ ਹੋਣਾ ਵੀ ਜੇ ਕੱਲ੍ਹ ਨੂੰ ਸਰਕਾਰ ਝੁਕਦੀ ਹੈ ਤੇ ਤੁਸੀਂ ਕਿੱਥੇ ਤੱਕ ਸਰਕਾਰ ਨੂੰ ਝੁਕਣਾ ਮੰਗਦੇ ਹੋ? ਜੇ ਸਰਕਾਰ ਨਾਲ ਸਮਝੌਤਾ ਕਰਨਾ ਪੈ ਜੇ ਤਾਂ ਕਿੰਨਾ ਹਾਲਾਤਾਂ 'ਚ ਸਮਝੌਤਾ ਹੋਊਗਾ? ਕੀ ਪੁਰਾਣੀ ਜਿਹੜੀ ਸਰਕਾਰ ਦੀ ਸ਼ਰਤ ਸੀ ਕਿ ਅਸੀਂ 1.5 ਸਾਲ ਲਈ ਮੁਲਤਵੀ ਕਰਦੇ ਹਾਂ, ਕੀ ਤੁਸੀਂ ਉਹਦੇ ਤੇ ਤਿਆਰ ਹੋ, ਜਾਂ ਤੁਸੀਂ ਅੱਜ ਵੀ ਉਸੇ ਗੱਲ ਤੇ ਅੜੇ ਹੋ ਕਿ ਖੇਤੀ ਕਾਨੂੰਨ ਰੱਦ ਕਰੋ? ਸੋ ਅਧਿਕਾਰੀ ਦੇ ਜ਼ਰੀਏ ਵੀ ਸਰਕਾਰ ਕਿਸਾਨਾਂ ਦੇ ਮਨ ਦੀ ਮਨਸ਼ਾ ਸਮਝਣਾ ਚਾਹੁੰਦੀ ਹੋਊਗੀ, ਔਰ ਇੱਕ ਤਰੀਕੇ ਨਾਲ ਸਰਕਾਰ ਦੇ ਇਸ਼ਾਰੇ ਤੇ ਇਹ ਮੀਟਿੰਗ ਹੋਈ ਹੋਣੀ ਹੈ। ਪਰ ਅਧਿਕਾਰੀਆਂ ਨੇ ਕਿਹਾ ਹੋਣਾ ਕਿ ਅਸੀਂ ਆਪਣੇ ਪੱਧਰ ਤੇ ਮੀਟਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਸਰਕਾਰ ਅੱਗੇ ਤੁਹਾਡਾ ਧਿਆਨ, ਤੁਹਾਡਾ ਮਾਮਲਾ ਲੈ ਕੇ ਜਾਈਏ। ਸੋ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ। ਪਰ ਮੈਂ ਇਹ ਚਾਹੁੰਦਾ, ਅਗਰ ਮੀਟਿੰਗ ਹੋਈ ਹੈ, ਇਹ ਚਰਚਾਵਾਂ ਨੇ ਮੀਡੀਆ ਦੀਆਂ ਕਿ ਮੀਟਿੰਗ ਹੋਈ ਹੈ, ਅਗਰ ਮੀਟਿੰਗ ਹੋਈ ਹੈ ਤੇ ਸਾਡੇ ਕਿਸਾਨ ਆਗੂਆਂ ਨੂੰ ਬਕਾਇਦਾ ਦੱਸ ਦੇਣਾ ਚਾਹੀਦਾ ਪ੍ਰੈਸ ਕਾਨਫਰੰਸ ਕਰਕੇ, ਸਾਰਿਆਂ ਨੂੰ, ਬਾਕੀਆਂ ਨੂੰ। ਹੋ ਸਕਦਾ ਪੂਰੇ ਕਿਸਾਨ ਮੋਰਚੇ ਨੂੰ ਵੀ ਪਤਾ ਹੋਵੇ ਇਸ ਮੀਟਿੰਗ ਦਾ। ਸੋ ਮੈਨੂੰ ਲੱਗਦਾ ਗਗਨ ਅੱਜ ਸ਼ਾਮ ਤੱਕ ਜਾਂ ਅੱਜ ਦੁਪਹਿਰ ਤੱਕ ਇਹ ਸਾਰੀਆਂ ਸਥਿਤੀਆਂ ਸਪਸ਼ਟ ਹੋ ਜਾਣਗੀਆਂ। ਪਰ ਭਾਰਤ ਦੀ ਸਰਕਾਰ ਔਰ ਕਿਸਾਨਾਂ 'ਚ ਗੱਲਬਾਤ ਹੋਣੀ ਚਾਹੀਦੀ ਹੈ, ਔਰ ਕਿਸੇ ਵੀ ਸੂਰਤ ਦੇ ਵਿੱਚ ਇਸ ਮਸਲੇ ਦਾ ਹੱਲ ਨਿਕਲਣਾ ਚਾਹੀਦਾ। ਬਿਲਕੁਲ ਸੋ ਕਾਂਗਰਸ ਦੇ ਲਈ ਸਮਾਂ ਜਿਹੜਾ ਹੈ ਬਹੁਤ ਔਚਿੱਤੀ ਵਾਲਾ ਹੈ, ਕਿਉਂਕਿ ਨਾ ਛੱਡਿਆ ਉੱਧਰ ਜਾ ਸਕਦਾ, ਨਾ ਛੱਡਿਆ ਉੱਧਰ ਜਾ ਸਕਦਾ। ਦੋਹਾਂ ਧਿਰਾਂ ਨੂੰ ਇਕੱਠੇ ਲੈ ਕੇ ਚੱਲਣਾ ਪੈਣਾ ਜੇਕਰ 2022 ਜਿੱਤਣੀ ਹੈ। ਡੱਲਾ ਸਾਹਿਬ, 2022 ਦੇ ਜਿਸ ਚੈਲੰਜ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਕਿਉਂਕਿ ਇਹ ਚੈਲੰਜ ਕਾਂਗਰਸ ਦੇ ਲਈ ਬਹੁਤ ਵੱਡਾ ਹੈ। ਜੇਕਰ ਉਹ 3 ਮੈਂਬਰੀ ਕਮੇਟੀ ਆਉਂਦੀ ਹੈ ਤੇ ਉਹਦੀ ਜਿਹੜੀ ਜਾਂਚ ਹੋਣੀ ਹੈ ਸਮਾਂਬੱਧ ਨਹੀਂ ਹੁੰਦੀ ਤਾਂ ਉਹਦਾ ਵੀ ਨੁਕਸਾਨ ਕਿਤੇ ਨਾ ਕਿਤੇ ਕਾਂਗਰਸ ਨੂੰ ਪੰਜਾਬ ਦੇ। ਦੇਖੋ, ਕਹਿੰਦੇ ਤਾਂ ਇਹ ਨੇ ਵੀ ਇਹ ਕਮੇਟੀ ਛੇਤੀ ਤੋਂ ਛੇਤੀ ਪੰਜਾਬ ਆਊ। ਛੇਤੀ ਤੋਂ ਛੇਤੀ ਦਾ ਮਤਲਬ ਹੁੰਦਾ ਕਿ ਅੱਜ ਹੀ ਆ ਜੇ,
ਜਾਂ ਕੱਲ ਆ ਜੇ ਜਾਂ ਪਰਸੋਂ ਆ ਜੇ। ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਵੀ ਮਸਲਾ ਠੰਡਾ ਹੋਣ ਤੋਂ ਬਾਅਦ ਆਵੇ। ਇਹ ਮਸਲਾ ਠੰਡਾ ਨਹੀਂ ਹੋਣਾ, ਇਹ ਦੂਰੀਆਂ ਵਧੀ ਜਾਣੀਆਂ ਨੇ, ਲੀਡਰਾਂ 'ਚ ਦੂਰੀਆਂ ਕਾਫੀ ਜ਼ਿਆਦਾ ਪੈ ਗਈਆਂ। ਹਾਲਾਂਕਿ ਕਾਂਗਰਸ ਵੱਲੋਂ ਲਗਾਤਾਰ ਵਿਧਾਇਕਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਯੂਥ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਔਰ ਦੂਜਾ ਇੱਕ ਚਰਚਾ ਇਹ ਚੱਲ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਕੋਈ ਰਿਪੋਰਟ ਲੀਕ ਹੋ ਗਈ। ਪਤਾ ਨਹੀਂ ਇਹਦੇ 'ਚ ਕਿੰਨਾ ਕੁ ਸੱਚ ਹੈ, ਲੀਕ ਹੋਈ ਹੈ ਜਾਂ ਨਹੀਂ ਹੋਈ ਹੈ। ਸਰਕਾਰ ਨੇ, ਕਿਉਂਕਿ ਅਜਿਹੀਆਂ ਗੱਲਾਂ ਤੇ ਸਰਕਾਰ ਜਵਾਬ ਨਹੀਂ ਦਿੰਦੀ, ਕੋਈ ਸਪਸ਼ਟੀਕਰਨ ਨਹੀਂ ਦਿੱਤਾ ਸਰਕਾਰ ਨੇ ਵੀ ਰਿਪੋਰਟ ਲੀਕ ਹੋਈ ਹੈ ਜਾਂ ਨਹੀਂ ਹੋਈ। ਕਹਿੰਦੇ ਉਹਦੇ 'ਚ ਪ੍ਰਸ਼ਾਂਤ ਕਿਸ਼ੋਰ ਨੇ ਲਿਖਿਆ ਸੀ ਹਾਈ ਕਮਾਂਡ ਨੂੰ ਕਿ ਕਈ ਵਿਧਾਇਕ ਨੇ ਜਿਹੜੇ ਉਹ ਹਾਰ ਸਕਦੇ ਨੇ, ਉਹਨਾਂ ਦੀ ਪਰਫਾਰਮੈਂਸ ਚੰਗੀ ਨਹੀਂ ਹੈ। ਹੁਣ ਅਗਰ ਉਹਨਾਂ ਵਿਧਾਇਕਾਂ ਤੋਂ ਪੁੱਛਿਆ ਜਾਊਗਾ ਤੇ ਉਹਨਾਂ ਨੇ ਕਹਿਣਾ ਸਰਕਾਰ ਦੀ ਪਰਫਾਰਮੈਂਸ ਚੰਗੀ ਨਹੀਂ ਹੈ, ਸਰਕਾਰ ਨੇ ਸਾਨੂੰ ਫੰਡ ਨਹੀਂ ਦਿੱਤੇ, ਸਾਡੀ ਗੱਲ ਨਹੀਂ ਸੁਣੀ, ਅਫਸਰ ਸਾਡੀ ਨਹੀਂ ਸੁਣਦੇ। ਸੋ ਬੜੀ ਦੁਚਿੱਤੀ ਔਰ ਕਨਫਿਊਜ਼ਨ ਵਾਲੀ ਸਥਿਤੀ ਹੈ ਕਾਂਗਰਸ 'ਚ। ਸੋ ਮੈਨੂੰ ਤਾਂ ਇਹ ਲੱਗਦਾ ਗਗਨ, ਕਮੇਟੀ ਨੂੰ ਛੇਤੀ ਤੋਂ ਛੇਤੀ ਆਉਣਾ ਚਾਹੀਦਾ। ਜਿੰਨੀ ਛੇਤੀ ਕਮੇਟੀ ਆਊਗੀ ਉਨੀ ਛੇਤੀ ਗੱਲਬਾਤ ਦੇ ਨਾਲ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼ ਹੈ ਉਹ ਮੁੱਕੂਗਾ, ਤਾਂ ਹੀ 2022 ਦੇ ਲਈ ਕਾਂਗਰਸ ਅੱਗੇ ਵੱਧ ਸਕਦੀ ਹੈ। ਇੱਕ ਗੱਲ ਤਾਂ ਹੈ ਕਿ ਇਸ ਵਾਰ ਨਵਜੋਤ ਸਿੰਘ ਸਿੱਧੂ ਦੀ ਹਵਾ ਹੈ, ਵੇਵ ਹੈ ਨਵਜੋਤ ਸਿੰਘ ਸਿੱਧੂ ਦੀ। ਸੋ ਕਾਂਗਰਸ ਨਵਜੋਤ ਸਿੰਘ ਸਿੱਧੂ ਦੀ ਵੇਵ ਦਾ ਫਾਇਦਾ ਲੈਣਾ ਚਾਹੂਗੀ। ਕੀ ਕਾਂਗਰਸ ਇਹਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਮਨਾ ਲਊਗੀ, ਜਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਸਮਝੌਤਿਆਂ ਤੇ ਖੜਾ ਹੈ, ਜਿਨ੍ਹਾਂ ਪ੍ਰਿੰਸੀਪਲਾਂ ਸਿਧਾਂਤਾਂ ਤੇ ਖੜਾ ਹੈ, ਕਾਂਗਰਸ ਉਹਨਾਂ ਸਿਧਾਂਤਾਂ ਨੂੰ, ਉਹਨਾਂ ਨਵਜੋਤ ਸਿੰਘ ਸਿੱਧੂ ਦੀ ਆਈਡੀਓਲੋਜੀ ਨੂੰ, ਸੋਚ ਨੂੰ ਸਵੀਕਾਰ ਕਰੂਗੀ ਵੀ ਤੁਸੀਂ ਸਿੱਧੂ ਸਾਹਿਬ ਠੀਕ ਹੋ, ਤਾਂ ਹੀ ਸਮਝੌਤਾ ਹੋ ਸਕਦਾ ਕਾਂਗਰਸ ਨਾਲ, ਕੈਪਟਨ ਦਾ ਔਰ ਸਿੱਧੂ ਦਾ ਵੀ। ਸੋ ਬੜੀਆਂ ਚੁਣੌਤੀ ਵਾਲੀਆਂ ਸਥਿਤੀਆਂ ਨੇ ਕਾਂਗਰਸ ਅੱਗੇ। ਬਿਲਕੁਲ। ਸੋ ਵੇਖਦੇ ਹਾਂ ਕਿ ਚੁਣੌਤੀਆਂ ਆਉਣ ਵਾਲੇ ਦਿਨਾਂ 'ਚ ਜਾਂਦੀਆਂ ਕਿੱਧਰ ਨੂੰ ਨੇ। ਤੇ ਡਾਲਾ ਸਾਹਿਬ, ਹੁਣ ਵਧੀਏ ਤਾਂ ਪੰਜਾਬ ਸਰਕਾਰ ਦੇ ਫੈਸਲੇ ਵੱਲ ਵੀ ਵਧਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਕਹਿੰਦੇ ਘਰੇਲੂ ਬਿਜਲੀ ਦੇ ਵਿੱਚੋਂ ਰਾਹਤ ਦਿੱਤੀ ਹੈ, ਕਟੌਤੀ ਹੋਈ ਹੈ ਘਰੇਲੂ ਦੀ ਕਿਹੜੀ ਬਿਜਲੀ ਦੇ ਵਿੱਚ ਕਿ 100 ਯੂਨਿਟਾਂ ਤੱਕ ਤੁਹਾਨੂੰ 1 ਰੁਪਿਆ ਬਿਜਲੀ ਸਸਤੀ ਮਿਲੇਗੀ। ਜੇਕਰ 100 ਯੂਨਿਟ ਤੋਂ ਉੱਤੇ ਖਰਚਦੇ ਹੋ ਤਾਂ 300 ਤੱਕ 50 ਪੈਸੇ ਤੱਕ ਜਿਹੜੀ ਬਿਜਲੀ ਸਸਤੀ ਮਿਲੇਗੀ। ਉਸ ਤੋਂ ਬਾਅਦ ਅੱਗੇ ਰਾਹਤ ਦੀ ਕੋਈ ਗੱਲ ਨਹੀਂ, ਉਸ 75 ਪੈਸੇ ਵੀ ਹੋ ਸਕਦੀ ਹੈ, 25 ਪੈਸੇ ਵੀ ਹੋ ਸਕਦੀ ਹੈ। ਦੇਖੋ ਚਲੋ ਮੈਂ ਇਹ ਕਹੂੰਗਾ ਕਿ ਕਹਿੰਦੇ ਨੇ ਇਹ ਕੋਈ ਬਹੁਤ ਵੱਡੀ ਰਾਹਤ ਤਾਂ ਨਹੀਂ ਹੈ, ਪਰ ਠੀਕ ਹੈ, ਜਿਨ੍ਹਾਂ ਦਾ ਬਿੱਲ 100 ਯੂਨਿਟ ਤੱਕ ਆਉਂਦਾ ਉਹਨਾਂ ਨੂੰ 1 ਰੁਪਏ ਯੂਨਿਟ ਦਾ ਫਾਇਦਾ ਹੈ, ਜਿਨ੍ਹਾਂ ਦਾ ਬਿੱਲ 300 ਯੂਨਿਟ ਤੱਕ ਆਉਂਦਾ ਉਹਨਾਂ ਨੂੰ 50 ਪੈਸੇ ਦਾ ਫਾਇਦਾ ਹੈ। ਪਰ ਦੇਖਿਆ ਜਾਵੇ ਤੇ ਇਹ ਬਹੁਤ ਹੀ ਇੱਕ ਮਾਮੂਲੀ ਕਮੀ ਹੈ। ਦੇਖੋ ਸਰਕਾਰ ਨਾ ਹੁਣ ਮਾਹੌਲ ਬਣਾ ਰਹੀ ਹੈ। ਇਹ ਕਿਉਂ ਕੀਤਾ ਗਿਆ ਗਗਨ? ਪ੍ਰਸ਼ਾਂਤ ਕਿਸ਼ੋਰ ਹੁਣ ਨਵੇਂ ਫਾਰਮੂਲੇ ਸਮਝਾਉਣਗੇ ਵੀ ਇਹ ਮਾਹੌਲ ਬਣੇ ਵੀ ਪੰਜਾਬ 'ਚ ਕੈਪਟਨ ਅਮਰਿੰਦਰ ਜਾਂ ਕੈਪਟਨ ਅਮਰਿੰਦਰ ਦੀ ਸਰਕਾਰ ਬੜੇ ਲੋਕ ਹਿਤੈਸ਼ੀ ਫੈਸਲੇ ਲੈਂਦੀ ਹੈ। ਹੁਣ ਇਹ ਥੋੜੀਆਂ ਚੀਜ਼ਾਂ ਘਟਾਉਣਗੇ। ਤੁਸੀਂ ਦੇਖਿਓ ਆਉਂਦੇ ਦਿਨਾਂ 'ਚ ਬੱਸਾਂ ਦਾ ਕਿਰਾਇਆ ਵੀ ਘਟੂਗਾ। ਹਾਲਾਂਕਿ ਪੈਟਰੋਲ ਡੀਜ਼ਲ ਦੇ ਮੁੱਲ ਇੰਨੇ ਵੱਧ ਚੁੱਕੇ ਨੇ ਕਿ ਜੇ ਸਰਕਾਰ ਕਿਰਾਇਆ ਘਟਾ ਵੀ ਦੇਵੇ ਮਾੜਾ ਮੋਟਾ ਕਿਲੋਮੀਟਰ ਦੇ ਹਿਸਾਬ ਨਾਲ ਤੇ ਕੋਈ ਫਰਕ ਨਹੀਂ ਪੈਣਾ ਸਰਕਾਰ ਨੂੰ। ਪਰ ਹੁਣ ਪ੍ਰਸ਼ਾਂਤ ਕਿਸ਼ੋਰ, ਕਿਉਂਕਿ ਉਹ ਸਲਾਹ ਕਰਨੇ, ਉਹ ਅਜਿਹੀਆਂ ਸਲਾਹ ਦੇ ਰਹੇ ਨੇ ਕਿ ਅਜਿਹੇ ਕੰਮ ਕਰੋ ਜਿਹਦੇ ਨਾਲ ਸਰਕਾਰ ਦੀ ਛਵੀ ਇਹ ਬਣੇ ਵੀ ਲੋਕਾਂ ਲਈ ਸਰਕਾਰ ਬਹੁਤ ਕੁਝ ਕਰਦੀ। ਆ 10-10, 20-20 ਪੈਸੇ, 25-25, 30-30, 75-75 ਪੈਸੇ 1 ਰੁਪਏ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਜਾਂ ਤਾਂ ਕਹਿੰਦੇ ਨਾ ਵੀ ਸਾਰਿਆਂ ਨੂੰ 1 ਰੁਪਏ ਯੂਨਿਟ ਘਟਾਤਾ ਅਸੀਂ। ਫੈਸਲਾ ਕੀ ਹੁੰਦਾ ਕਿ ਅਸੀਂ ਪੂਰੇ ਪੰਜਾਬ 'ਚ 50 ਪੈਸੇ ਯੂਨਿਟ ਘਟਾਤਾ। ਮੈਂ ਕਹਿੰਦਾ 30 ਪੈਸੇ ਯੂਨਿਟ ਘਟਾ ਦੇਣ, ਉਹ ਵੀ ਬਹੁਤ ਵੱਡੀ ਗੱਲ ਸੀ। 100 ਯੂਨਿਟ ਤੱਕ ਘਟਾਤਾ 1 ਰੁਪਈਆ, 300 ਤੱਕ ਘਟਾਤੇ, 50 ਪੈਸੇ ਕਰਤੇ। ਇਹ ਕੋਈ ਬਹੁਤ ਵੱਡੀ ਰਾਹਤ ਨਹੀਂ। ਹਜੇ ਤਾਂ ਇਹ ਵੀ ਨਹੀਂ ਪਤਾ ਤਕਨੀਕੀ ਤੌਰ ਤੇ ਜੇ ਕਿਸੇ ਨੂੰ 100 ਯੂਨਿਟ ਤੱਕ 1 ਰੁਪਇਆ ਘਟਾਇਆ ਹੈ, ਅਗਰ ਉਹਦਾ ਬਿੱਲ 100 ਯੂਨਿਟ ਤੋਂ ਵੱਧ ਗਿਆ ਕੀ ਉਹਨੂੰ 1 ਰੁਪਇਆ ਘਟਿਆ ਮਿਲੂ ਜਾਂ ਨਹੀਂ ਮਿਲੂ। ਇਹ ਵੀ ਬੜੀਆਂ ਤਕਨੀਕੀ ਗੱਲਾਂ ਹੁੰਦੀਆਂ ਨੇ ਇਹ ਜਦੋਂ ਸਰਕਾਰਾਂ ਜਿਹੇ ਮਾਪਦੰਡ ਤੈਅ ਕਰਦੀਆਂ ਨੇ। ਸੋ ਇਸ ਕਰਕੇ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਐਕਸਰਸਾਈਜ਼ ਹੈ, ਕਸਰਤ ਕਹਿੰਦੇ ਆ ਜਿਹਨੂੰ ਆਪਾਂ ਪੰਜਾਬੀ 'ਚ, ਵੀ ਆਪਾਂ ਇਹ ਮਾਹੌਲ ਬਣਾਈਏ ਵੀ ਦੇਖੋ ਅਸੀਂ ਲੋਕਾਂ ਦੇ ਹੱਕ 'ਚ ਫੈਸਲੇ ਕਰ ਰਹੇ ਹਾਂ। ਵੀ ਦੇਖੋ ਪੰਜਾਬ ਦੀ ਸਰਕਾਰ ਨੇ ਤਾਂ ਬਿਜਲੀ ਦਾ ਮੁੱਲ ਘਟਾਤਾ ਪੰਜਾਬ 'ਚ। ਹੁਣ ਇਹ ਬਿਆਨ ਆਣੇ ਦੇਖਿਓ ਲੀਡਰਾਂ ਦੇ, ਮੰਤਰੀਆਂ ਦੇ ਸ਼ੁਰੂ ਹੋ ਜਾਣੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੀ ਦੇਖੋ ਲੋਕਾਂ ਨੂੰ ਤੋਹਫਾ ਦਿੱਤਾ, ਅਸੀਂ ਬਿਜਲੀ ਦੇ ਮੁੱਲ ਘਟਾਤੇ। ਘਟਾਏ ਕਿੰਨੇ ਕੁ? ਉਹਦੇ ਨਾਲੋਂ ਵੱਧ ਤਾਂ ਮੋਦੀ ਸਾਹਿਬ ਦੇ ਰਾਜ 'ਚ ਪੈਟਰੋਲ ਡੀਜ਼ਲ ਦੀ ਕੀਮਤ ਵੱਧ ਜਾਂਦੀ, ਬਿਜਲੀ ਦਾ ਮੁੱਲ ਆਪ ਹੀ ਵੱਧ ਗਿਆ। ਸੋ ਇਸ ਕਰਕੇ ਇਹ ਛੋਟੇ ਫੈਸਲੇ ਨੇ ਗਗਨ, ਇਹ ਕੋਈ ਬਹੁਤ ਜ਼ਿਆਦਾ ਉਤਸ਼ਾਹਵਰਧਕ ਫੈਸਲੇ ਨਹੀਂ। ਹਾਂ ਡੋਮੈਸਟਿਕ ਕੀਤਾ, ਉਦਯੋਗਿਕ, ਫਿਰ ਉਦਯੋਗਿਕ ਬਿਜਲੀ ਤੁਸੀਂ ਕਿਉਂ ਨਹੀਂ ਘਟਾਈ? ਸੁਖਬੀਰ ਵੀ ਕਿੰਨੇ ਸਾਲ ਕਹਿੰਦਾ ਰਿਹਾ ਵੀ 5 ਰੁਪਏ ਯੂਨਿਟ ਸਾਡੇ ਰਾਜ 'ਚ ਬਿਜਲੀ ਉਦਯੋਗਾਂ ਨੂੰ, ਛੋਟੇ ਉਦਯੋਗਾਂ ਨੂੰ, ਪਰ ਉਹ ਛੋਟੇ ਉਦਯੋਗ ਦਿਖੇ ਨਹੀਂ ਵੀ ਕਿੰਨਾਂ ਨੂੰ 5 ਰੁਪਏ ਯੂਨਿਟ ਬਿਜਲੀ ਮਿਲਦੀ ਹੈ। ਜੇ ਕਿਸੇ ਨੂੰ ਮਿਲਦੀ ਹੈ ਤੇ ਜ਼ਰੂਰ ਸਾਨੂੰ ਕਮੈਂਟ ਕਰਕੇ ਲਿਖਿਓ ਵੀ ਸਾਨੂੰ ਮਿਲਦੀ ਆ ਭਾਈ 5 ਰੁਪਏ ਯੂਨਿਟ ਇੰਡਸਟਰੀਅਲ, ਤੇ ਬਹੁਤ ਮਾਣ ਸਤਿਕਾਰ ਵਾਲੀ ਗੱਲ ਹੋਊਗੀ। ਅਸੀਂ ਨਿੱਜੀ ਤੌਰ ਤੇ ਮਿਲ ਕੇ ਜਾਵਾਂਗੇ ਵੀ ਇੱਕ ਵਿਅਕਤੀ ਅਜਿਹਾ ਹੈ ਜਿਹਨੇ ਕਿਹਾ ਵੀ ਮੈਨੂੰ 5 ਰੁਪਏ ਯੂਨਿਟ ਦੇ ਹਿਸਾਬ ਨਾਲ ਬਿੱਲ ਆ ਰਿਹਾ। ਸੋ ਮੈਨੂੰ ਤਾਂ ਦਿਖਦਾ ਨਹੀਂ ਗਗਨ ਕੋਈ।
ਡੱਲਾ ਸਾਹਿਬ ਵਿੱਚ ਇਹ ਵੀ ਹੈ ਨਾ, ਟਿਊਬਵੈੱਲ ਵਾਲੀ ਜਿਹੜੀ ਬਿਜਲੀ ਆ ਉਹਦੇ ਵਿੱਚ 60 ਪੈਸੇ ਤੱਕ ਦਾ ਵਾਧਾ ਵੀ ਕਰ ਦਿੱਤਾ ਗਿਆ ਨਾਲ ਹੀ। ਇਹ ਚੀਜ਼ ਨੂੰ ਵੀ ਲਗਾਤਾਰ ਵੇਖਿਆ ਜਾ ਰਿਹਾ ਕਿ ਟਿਊਬਵੈੱਲ ਵਾਲੇ ਦੇ ਵਿੱਚ ਵਾਧਾ ਹੋ ਗਿਆ ਤੇ ਘਰੇਲੂ 'ਚ ਘਟਾਤਾ, ਜਿੱਥੇ ਜ਼ਰੂਰਤ ਜ਼ਿਆਦਾ ਹੁੰਦੀ ਆ ਉੱਥੇ ਘਟਾਉਣਾ ਚਾਹੀਦਾ ਸੀ। ਸੋ ਸਰਕਾਰਾਂ ਨੇ ਜਿਹੜਾ ਆਪਣਾ ਕਹਿੰਦੇ 653 ਕਰੋੜ ਰੁਪਏ ਦਾ ਸਰਕਾਰ ਨੂੰ ਘਾਟਾ ਪਊ, ਐਂ ਕਹਿੰਦੇ 600 ਕੁਛ ਕਰੋੜ ਦਾ ਕਹਿੰਦੇ ਘਾਟਾ ਪਊ। ਅਸਲ 'ਚ ਘਾਟਾ ਨਹੀਂ ਪੈਣਾ, ਘਾਟਾ ਨਹੀਂ ਪੈਣਾ। ਸਰਕਾਰ ਨੂੰ ਆਪਣੀ ਮੈਨੇਜਮੈਂਟ ਵਧੀਆ ਬਣਾਉਣ ਦੀ ਲੋੜ ਹੈ, ਮੈਨੇਜਮੈਂਟ ਚੰਗੀ ਕਰਨ ਦੀ ਲੋੜ ਹੈ। ਆ ਪੈਟਰੋਲ ਡੀਜ਼ਲ ਜੇ ਰੁਪਈਆ ਵੱਧ ਗਿਆ, ਆ ਵੈਟ ਵੂਡ ਤੋਂ ਸਰਕਾਰ ਦੇ ਸਾਰੇ ਘਾਟੇ ਪੂਰੇ ਹੋ ਜਾਣੇ। ਅਸਲ 'ਚ ਜਿਹੜੀ ਹੁਣ ਦੀ ਪੰਜਾਬ ਦੀ ਸਰਕਾਰ ਹੈ ਨਾ, ਮਨਪ੍ਰੀਤ ਬਾਦਲ ਵਾਲੀ, ਵੈਟ ਤੋਂ ਬਹੁਤ ਚੰਗਾ ਮਾਲੀਆ ਮਿਲ ਰਿਹਾ, GST ਤੋਂ ਬਹੁਤ ਚੰਗਾ ਪੰਜਾਬ ਸਰਕਾਰ ਕੋਲੇ ਖਜ਼ਾਨਾ ਆ ਰਿਹਾ। ਬਸ ਇਹ ਆ ਵੀ ਉਹਨੂੰ ਸਾਂਭ ਕੇ, ਖਜ਼ਾਨੇ ਨੂੰ, ਉਸ ਪੈਸੇ ਨੂੰ ਸਾਂਭ ਕੇ ਉਹਦੀ ਚੰਗੀ ਵਰਤੋਂ ਕੀਤੀ ਜਾਵੇ। ਤੇ ਇਹ ਵੀ ਬੜਾ ਚੰਗਾ ਹੋਊਗਾ ਅਗਰ ਸਰਕਾਰ ਇਹ ਫੈਸਲਾ ਕਰਦੇ ਵੀ ਜਿੰਨੇ ਮੰਤਰੀ ਵਿਧਾਇਕ ਨੇ ਉਹਨਾਂ ਨੂੰ ਇੱਕੋ ਪੈਨਸ਼ਨ ਮਿਲਣੀ ਹੈ। ਆ ਨਵੇਂ ਮੁਲਾਜ਼ਮਾਂ ਨੂੰ ਤਾਂ ਕਹਿੰਦੇ ਪੈਨਸ਼ਨ ਵੀ ਹੈ ਨਹੀਂ, ਨਵੇਂ ਮੁਲਾਜ਼ਮਾਂ ਨੂੰ ਪੈਨਸ਼ਨ ਵੀ ਹੈ ਨਹੀਂ। MLA ਮੰਤਰੀਆਂ ਨੂੰ ਕੋਈ ਰੋਕ ਨਹੀਂ, ਜਿੰਨੀ ਵਾਰੀ MLA ਬਣੋ ਉਨੀ ਵਾਰੀ ਪੈਨਸ਼ਨ। ਇਹੋ ਜਿਹਾ ਵੀ ਕੋਈ ਸਰਕਾਰ ਫੈਸਲਾ ਕਰਦੇ ਤੇ ਲੋਕ ਖੁਸ਼ ਹੋਣ। ਆ ਬਿਜਲੀ ਦੇ ਮਾੜੇ ਮੋਟੇ ਜਿਹੜੇ ਮੁੱਲ ਘਟਣ ਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ। ਆ ਤੁਸੀਂ ਕੁਲਤਾਰ ਸਿੰਘ ਸੰਧਵਾ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਇਹਨਾਂ ਦੀ ਗੱਲ ਵੀ ਸੁਣ ਲਓ। ਪੋਲੀਟੀਕਲ ਰਿਐਕਸ਼ਨ ਵੀ ਆਏ ਨੇ, ਜਿਹੜੇ ਪੰਜਾਬ ਸਰਕਾਰ ਨੇ ਬਿਜਲੀ ਸਸਤੀ ਕੀਤੀ ਹੈ ਉਹਦੇ ਤੇ ਪੋਲੀਟੀਕਲ ਰਿਐਕਸ਼ਨ ਵੀ ਨੇ, ਉਹ ਵੀ ਇੱਕ ਵਾਰੀ ਸੁਣਾ ਦੀ। ਇਲੈਕਸ਼ਨਾਂ ਦਾ ਸੇਕ ਆਉਣ ਲੱਗਿਆ ਤੇ ਕੈਪਟਨ ਸਰਕਾਰ ਨੇ ਮਾੜਾ ਮੋਟਾ ਰੇਟ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤਾਂ ਭਾਵੇਂ 5 ਸਾਲ ਰੌਲਾ ਪਾਈ ਗਏ ਆ ਵੀ ਜੇ ਅਰਵਿੰਦ ਕੇਜਰੀਵਾਲ ਫ੍ਰੀ ਬਿਜਲੀ ਦੇ ਸਕਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ? ਜਿਹੜੀ ਲੁੱਟ ਬਾਦਲਾਂ ਨੇ ਪਾ ਕੇ ਰੱਖੀ ਸੀ ਮਹਿੰਗੇ ਬਿਜਲੀ ਸਮਝੌਤੇ ਕਰਕੇ, ਉਹਨੂੰ ਲਾਗੂ ਉਸੇ ਤਰ੍ਹਾਂ ਕਿਉਂ ਕੀਤਾ ਜਾ ਰਿਹਾ? ਤੇ ਇਹਨਾਂ ਨੂੰ ਪੁੱਛਣਾ ਚਾਹੀਦਾ, ਪਿਛਲੇ ਸਾਲ 28 ਮਈ ਨੂੰ ਹੀ, ਅੱਜ ਜਦੋਂ ਤੁਸੀਂ ਘੱਟ ਕੀਤੇ ਆ, ਇਸੇ ਸਾਲ ਹੀ ਤੁਸੀਂ 10 ਰੁਪਏ ਕਿਲੋਵਾਟ ਦੇ ਵਧਾਏ ਸੀ ਪਿਛਲੇ ਸਾਲ। ਤੇ ਕਿੰਨੇ ਹੀ ਵਾਰੀ ਤੁਸੀਂ 4.5 ਸਾਲਾਂ 'ਚ ਰੇਟ ਵਧਾ ਸਕੇ ਹੋ। ਤੇ ਹੁਣ ਤੁਸੀਂ ਇਹ ਸਮਝਦੇ ਹੋ ਵੀ ਜਿਵੇਂ ਜਵਾਕਾਂ ਨੂੰ ਇੱਕ ਜੇਬ 'ਚੋਂ ਕੱਢ ਕੇ ਦੂਜੀ ਜੇਬ 'ਚ ਪਾ ਜਵਾਕ ਖੁਸ਼ ਹੋ ਜੂ। ਹੁਣ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਕੈਪਟਨ ਸਾਹਿਬ, ਹੁਣ ਤੁਹਾਡੀਆਂ ਚਾਲਾਂ ਜਿਹੜੀਆਂ ਆਉਣਗੀਆਂ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਸੀ ਔਰ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਮੈਂ 5 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਪੰਜਾਬ ਦੇ ਵਿੱਚ ਬਿਜਲੀ ਦੇਵਾਂਗਾ। ਅੱਜ ਜਦੋਂ ਰੇਟ ਦੇਖਦੇ ਆ ਜਿਹੜੇ 2020-21 ਦੇ ਪਾਸ ਹੋਏ ਸੀ, 8 ਰੁਪਏ, 9 ਰੁਪਏ, 10 ਰੁਪਏ, ਇਸ ਤਰ੍ਹਾਂ ਇਹਨਾਂ ਨੇ ਸਲੈਬਾਂ ਦੇ ਵਿੱਚ ਰੇਟ ਜਿਹੜੇ ਆ ਉਹ ਤੈਅ ਕੀਤੇ ਆ। ਕੋਈ 4-5 ਵੀ ਕੀਤੇ ਆ, ਪਰ ਉਹਦੇ ਉੱਤੇ ਅੱਗੇ ਕੀ ਹੈ? ਦਾੜੀ ਨਾਲੋਂ ਮੁੱਛਾਂ ਕਿਵੇਂ ਵਧਾਈਆਂ? ਕਿਤੇ 22-25% ਡਿਊਟੀ ਹੈ, ਕਿਤੇ ਕਾਓ ਸੈਸ ਹੈ, ਕਿਤੇ ਪਤਾ ਨਹੀਂ ਹੋਰ ਕਿਹੜੇ ਕਰੋਨਾ ਸੈਸ ਹੈਗਾ ਜਾਂ ਕੋਈ ਹੋਰ ਕਿਹੜੇ ਪਤਾ ਨਹੀਂ ਟੈਕਸ ਜਿਹੜੇ ਆ ਇਹਨਾਂ ਨੇ ਲਾ ਰੱਖੇ ਆ। ਔਰ ਅੱਜ ਜਦੋਂ ਬਿਜਲੀ ਦਾ ਹਿਸਾਬ ਕਰਦਾ ਕੋਈ ਵੀ, ਬਿਜਲੀ ਦਾ ਜਦੋਂ ਬਿੱਲ ਵੇਖਦਾ ਹੈ, 10 ਰੁਪਏ, 11 ਰੁਪਏ, 12 ਰੁਪਏ, 13 ਰੁਪਏ ਤੋਂ ਘੱਟ ਯੂਨਿਟ ਜਿਹੜਾ ਉਹ ਨਹੀਂ ਕੋਈ ਪੈਂਦਾ। ਤੇ ਅੱਜ ਦਾ ਜਿਹੜਾ ਰੇਟ ਘਟਾਉਣਾ, ਜਿਹੜਾ 300 ਯੂਨਿਟ 100 ਯੂਨਿਟ ਤੋਂ ਥੱਲੇ 1 ਰੁਪਏ ਜਾਂ 300 ਯੂਨਿਟ ਤੋਂ 50 ਪੈਸੇ, ਇਹ ਮੈਂ ਸਮਝਦਾ ਕਿ ਊਠ ਦੇ ਉੱਤੋਂ ਛਾਲਣੀ ਲਾਉਣ ਜਿੰਨਾ ਬਹੁਤ ਜਿਹੜਾ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਡੱਲਾ ਸਾਹਿਬ, ਉਧਰ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਪਣਿਆਂ ਦੀ ਜਾਲ 'ਚ ਘਿਰਦੇ ਜਾ ਰਹੇ ਨੇ। ਇੱਕ ਪਾਸੇ ਚਰਨਜੀਤ ਚੰਨੀ ਅੱਜ ਫਿਰ ਤੋਂ, ਹਾਲਾਂਕਿ ਇਹ ਸੀਗਾ ਕਿ ਜਦੋਂ ਤੋਂ ਉਹਨਾਂ ਦੀ ਜਾਂਚ ਦੀ ਗੱਲ ਤੁਰੀ, ਇੱਕ ਵਾਰ ਫਿਰ ਤੋਂ ਅੱਜ ਸਰਗਰਮ ਹੋਏ ਨੇ। ਉਹਨਾਂ ਨੇ ਤਨਖਾਹ ਜਿਹੜਾ 6ਵਾਂ ਪੇ ਕਮਿਸ਼ਨ ਉਸ ਨੂੰ ਲੈ ਕੇ ਵੀ ਜ਼ਿਕਰ ਕੀਤਾ, ਪੈਨਸ਼ਨਾਂ ਨੂੰ ਲੈ ਕੇ ਵੀ ਜ਼ਿਕਰ ਹੋਇਆ ਤੇ ਹੋਰ ਕਈ ਮਸਲਿਆਂ ਤੇ ਕੈਪਟਨ ਅਮਰਿੰਦਰ ਸਿੰਘ ਘੇਰੇ ਨੇ। ਦੇਖੋ, ਚਰਨਜੀਤ ਚੰਨੀ ਉਹਨਾਂ ਨੇ ਵੀ ਅੱਜ ਇੱਕ ਪੋਸਟ ਪਾਈ ਸੋਸ਼ਲ ਮੀਡੀਆ ਤੇ, ਸਫਾਈ ਕਰਮਚਾਰੀ ਨੇ ਜਿਹੜੇ ਸਾਡੇ ਮੁਲਾਜ਼ਮ, ਸਾਡੇ ਭਾਈ, ਉਹਨਾਂ ਦੇ ਹੱਕ 'ਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿ ਉਹਨਾਂ ਨੂੰ ਤਨਖਾਹਾਂ ਘੱਟ ਹੈ, ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਪੱਕੇ ਹੋਣੇ ਚਾਹੀਦੇ ਨੇ। ਸੋ ਕਿਤੇ ਨਾ ਕਿਤੇ ਚਰਨਜੀਤ ਚੰਨੀ ਦਾ ਜਿਹੜਾ ਅੱਜ ਦਾ ਬਿਆਨ ਹੈ, ਇਹ ਕਾਫੀ ਅਹਿਮੀਅਤ ਵਾਲਾ ਬਿਆਨ ਹੈ। ਸਰਕਾਰ 'ਚ ਚਰਨਜੀਤ ਚੰਨੀ ਨੇ ਫਿਰ ਇਹ ਗੱਲ ਚੱਕੀ ਹੈ ਕਿ ਮੁਲਾਜ਼ਮਾਂ ਦੇ ਹੱਕ ਪਿੱਛੇ ਨਹੀਂ ਰਹਿਣੇ ਚਾਹੀਦੇ। ਔਰ ਸਿਰਫ ਚਰਨਜੀਤ ਚੰਨੀ ਨਹੀਂ, ਅੱਜ ਵਿਰੋਧੀ ਧਿਰਾਂ ਨੇ ਬਹੁਤ ਹਮਲੇ ਕੀਤੇ ਨੇ ਗਗਨ ਕੈਪਟਨ ਅਮਰਿੰਦਰ ਤੇ। ਅਕਾਲੀ ਦਲ ਦਾ ਬਿਆਨ ਆਇਆ ਚਰਨਜੀਤ ਬਰਾੜ ਦਾ, ਉਹਨਾਂ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਸਵਾਲ ਚੱਕੇ ਨੇ। ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਸਵਾਲ ਚੱਕੇ ਨੇ। ਸੋ ਇਹ ਸਿਲਸਿਲਾ ਇੱਕ ਦੂਜੇ ਤੇ ਸਵਾਲਾਂ ਦੇ ਚੱਕਣ ਦਾ ਤਾਂ ਲਗਾਤਾਰ ਬਾਦਸਤੂਰ ਜਾਰੀ ਹੈ। ਨਵਜੋਤ ਸਿੰਘ ਸਿੱਧੂ ਦਾ ਵੀ ਅੱਜ ਬਿਆਨ ਆਇਆ। ਨਵਜੋਤ ਸਿੰਘ ਸਿੱਧੂ ਨੇ ਕੱਲ ਵੀ ਬਿਆਨ ਆਇਆ, ਖੇਤੀ ਦੇ ਉੱਤੇ ਵੀ ਗੱਲ ਕਰਤੀ ਨਵਜੋਤ ਸਿੰਘ ਸਿੱਧੂ ਨੇ ਕਿ ਜਦ ਤੱਕ ਸੂਬੇ ਆਪਣੇ ਖੇਤੀ ਕਾਨੂੰਨ ਨਹੀਂ ਬਣਾਉਂਦੇ, ਕਿਸਾਨੀ ਤਦ ਤੱਕ ਮਜ਼ਬੂਤ ਨਹੀਂ ਹੋਣੀ। ਔਰ ਗੱਲ ਵੀ ਕਿਤੇ ਨਾ ਕਿਤੇ ਸਹੀ ਹੈ, ਸੂਬਿਆਂ ਨੂੰ ਵੀ ਆਪਣੇ ਖੇਤੀ ਕਾਨੂੰਨ ਬਣਾਉਣੇ ਪੈਣੇ ਆ। ਮੰਡੀਕਰਨ ਤੋਂ ਲੈ ਕੇ, ਖਰੀਦ ਤੋਂ ਲੈ ਕੇ, MSP ਤੱਕ ਸੂਬੇ ਕਿਸਾਨਾਂ ਨੂੰ ਦੇਣ ਦੇ ਸਮਰੱਥ ਬਣਨ, ਔਰ ਬਣ ਸਕਦੇ ਨੇ ਅਗਰ ਸੂਬੇ ਯੋਜਨਾਬੱਧ ਤਰੀਕੇ ਦੇ ਨਾਲ ਗੱਲ ਕਰਨ। ਔਰ ਮੈਂ ਜ਼ਰੂਰ ਚਾਹੂੰਗਾ ਗਗਨ, ਅਖੀਰ 'ਚ ਇੱਕ ਵਾਰੀ ਪੋਲੀਟੀਕਲ ਬਿਆਨ ਲੋਕਾਂ ਦੇ, ਵਿਰੋਧੀ ਪਾਰਟੀਆਂ ਵਾਲਿਆਂ ਦੇ ਵੀ ਜ਼ਰੂਰ ਸੁਣਾ ਦਿਓ। ਸੋ ਕਿਸੇ ਵੀ ਧਿਰ ਨੂੰ ਕੋਈ ਕਿਸੇ ਗੱਲ ਤੋਂ ਅਸਹਿਮਤੀ ਹੈ ਤੇ ਤੁਸੀਂ ਸਾਨੂੰ ਆਪਣੇ ਬਿਆਨ ਭੇਜ ਸਕਦੇ ਹੋ। ਅਸੀਂ ਸਾਰੀਆਂ ਧਿਰਾਂ ਦੇ ਬਿਆਨ ਹੈ ਜਿਹੜੇ ਆਪਣੇ ਪ੍ਰੋਗਰਾਮਾਂ 'ਚ ਸਾਂਝੇ ਕਰਦੇ ਹਾਂ।
ਬਿਲਕੁਲ। ਸੋ ਸਾਰੀ ਸਿਆਸੀ ਗੱਲਬਾਤ ਤੁਸੀਂ ਸੁਣੀ ਆ, ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰਨਾ ਹੈ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸਾਰੀਆਂ ਕੜੀਆਂ ਕਿੱਥੇ ਕਿੱਥੇ ਜਾ ਕੇ ਜੁੜਦੀਆਂ ਨੇ। ਫਿਲਹਾਲ ਦੀ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਮੈਂ ਜਲਾਲਾਬਾਦ ਦੇ ਵੀ ਨੰਬਰ ਅਸੀਂ ਦੇਵਾਂਗੇ, ਟੈਲੀਫੋਨ ਨੰਬਰ, ਜਿੱਥੇ ਜਲਾਲਾਬਾਦ ਦੀ ਸੰਗਤ ਜਿਸ ਨੂੰ ਆਕਸੀਜਨ ਦੀ ਲੋੜ ਹੈ ਉਹ ਉੱਥੇ ਨੰਬਰ ਤੇ ਟੈਲੀਫੋਨ ਕਰੇ। ਅੱਧੇ ਘੰਟੇ 'ਚ ਤੁਹਾਡੇ ਘਰੇ ਉਹ ਮਸ਼ੀਨਾਂ ਆ ਜਾਣਗੀਆਂ ਜਿਹਦੇ ਨਾਲ ਤੁਹਾਡੀ ਸੇਵਾ ਸ਼ੁਰੂ ਆਪਣੇ ਆਕਸੀਜਨ ਲੱਗ ਜਾਣਗੀਆਂ, ਜਾਨਾਂ ਬਚ ਸਕਦੀਆਂ। ਉਵੇਂ ਫਾਜ਼ਿਲਕਾ ਦਾ ਵੀ ਮੈਂ ਨੰਬਰ ਦਿੱਤੇ ਸੀ ਤੇ ਫਾਜ਼ਿਲਕਾ ਵੀ ਕੰਮ ਸ਼ੁਰੂ ਹੋ ਗਿਆ। ਮੈਂ ਧੰਨਵਾਦੀ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਦਾ ਤੇ ਕਈ ਸੰਸਥਾ ਦਾ ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਸਾਡਾ ਬੜਾ ਸਾਥ ਦਿੱਤਾ। ਮੈਂ ਅਪੀਲ ਵੀ ਕਰਦਾ ਹੱਥ ਜੋੜ ਕੇ, ਸਾਨੂੰ ਆਕਸੀਜਨ ਕਨਸੈਂਟਰੇਟਰਾਂ ਦੀ ਕਾਫੀ ਲੋੜ ਹੈ ਪੰਜਾਬ 'ਚ। ਅਸੀਂ ਚਾਹੁੰਦੇ ਹਾਂ 117 ਤੇ 117 ਹਲਕਿਆਂ 'ਚ ਅਸੀਂ ਆਕਸੀਜਨ ਕਨਸੈਂਟਰੇਟਰ ਦੀ ਸਰਵਿਸ ਘਰ ਘਰ ਆਕਸੀਜਨ ਦੀ ਸੇਵਾ ਸ਼ੁਰੂ ਕਰੀਏ। ਕਿ ਸਰਕਾਰੀ ਹਸਪਤਾਲਾਂ ਦਾ ਭਰੋਸਾ ਤਾਂ ਉਤਰਿਆ ਕਿਉਂਕਿ ਨਾ ਉੱਥੇ ਦਵਾਈ, ਨਾ ਕੋਈ ਦੇਖਭਾਲ, ਨਾ ਰੋਟੀ। ਤੁਸੀਂ ਦੇਖ ਲਓ ਮੈਂ ਸਰਕਾਰੀ ਹਸਪਤਾਲ 'ਚ ਗਿਆ, ਉੱਥੇ ਦੇਖਿਆ ਨਾ ਲੰਚ ਆਉਂਦਾ, ਕੋਈ ਨਾ ਚਾਹ ਪਿਆਉਂਦੇ ਆ, ਕੁਛ ਹੁੰਦੇ ਮਰੀਜ਼ ਉੱਥੇ ਜਾਂਦੇ ਐਂ ਲੱਗਦਾ ਮਰੀਜ਼ਾਂ ਨੂੰ ਘਬਰਾਹਟ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਕੀ ਅਸੀਂ ਮਰ ਕੇ ਨਿਕਲਾਂਗੇ। SGPC ਦੇ ਸੈਂਟਰਾਂ 'ਚ ਕਿਉਂ ਲੋਕ ਜਾ ਰਹੇ ਹੈ? ਕਿਉਂਕਿ ਉਹਨਾਂ ਨੂੰ ਭਰੋਸਾ ਹੈ ਕਿ ਇੱਥੇ ਅਸੀਂ ਜਾਵਾਂਗੇ, ਸਾਡੀ ਦਵਾਈ ਨਾਲੋਂ ਨਾ ਦੇਖਭਾਲ ਵੀ ਉਨੀ ਜ਼ਰੂਰੀ ਹੈ। ਜੇ ਦੇਖਭਾਲ ਨਾ ਹੋਏ, ਜੇ ਇਕੱਲੀ ਦਵਾਈ ਨਾਲ ਨਹੀਂ, ਦੇਖਭਾਲ ਕਰਨ ਵਾਲੇ ਜਿਨ੍ਹਾਂ ਤੇ ਜਜ਼ਬਾ ਨਾ ਹੋਏ, ਆ ਜਿਹੜੇ ਸਰਕਾਰੀ ਹਸਪਤਾਲਾਂ 'ਚ ਕਿਉਂ ਕੋਈ ਪਰਵਾਹ ਹੀ ਨਹੀਂ ਹੈ, ਬੁਰਾ ਹਾਲ ਹੈ, ਸਫਾਈ ਨਹੀਂ ਹੈ, ਬਿਮਾਰੀਆਂ ਉੱਧਰ ਵੱਧ ਰਹੀਆਂ। ਥੈਂਕ ਯੂ।